ਸ਼ਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਾਜ ਪਰਪੰਚ ਮੋਹ ਵਿਕਾਰ ਨਾਨਕ ਸੋ ਅਰਾਧੀਐ ਅੰਤ ਨ ਪਾਰਾਵਾਰ ਪੌੜੀ ਪੱਪਾ ਪਰਮਿਤ ਪਾਰ ਨ ਪਾਇਆ ਪਤਿਤ ਪਾਵਨ ਅਗੰਮ ਹਰ ਰਾਇਆ ਹੋਤ ਪੁਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪੈ ਮਿਲ ਸਾਧੂ ਪਰਪੰਚ ਧਰੋ ਮੋਹ ਮਿਟਨਾਈ ਜਾ ਕਉ ਰਾਖੋ ਆਪ ਗੁਸਾਈ ਪਾਤਸ਼ਾਹ ਛਤਰ ਸਿਰ ਸੋ ਨਾਨਕ ਦੂਸਰ ਅਵਰ ਨਾ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਸਤ ਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ 52 ਅੱਖਰੀ ਦੀ 37 ਨੰਬਰ ਪੌੜੀ ਦਾ ਅਤੇ ਸੰਬੰਧਿਤ ਸ਼ਲੋਕ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਸੰਸਾਰ ਦੇ ਅੰਦਰ ਮਨੁੱਖ ਵਡਿਆਈ ਸਤਿਕਾਰ ਤੇ ਇੱਜ਼ਤ ਚਾਹੁੰਦਾ ਹੈ, ਜਿਸ ਦੀ ਪ੍ਰਾਪਤੀ ਲਈ ਕਈ ਵਾਰ ਮਨੁੱਖ ਅਸਿੱਧੇ ਢੰਗ ਨਾਲ ਗਲਤ ਰਾਹ ਉੱਤੇ ਤੁਰ ਕੇ ਵੀ ਸੰਸਾਰ ਦੀ ਵਡਿਆਈ ਸਤਿਕਾਰ ਤੇ ਇੱਜ਼ਤ ਨੂੰ ਪ੍ਰਾਪਤ ਕਰਨ ਵਾਸਤੇ ਯਤਨਸ਼ੀਲ ਹੁੰਦਾ ਹੈ। ਔਰ ਇਹ ਇੱਕ ਐਸਾ ਚਸਕਾ ਵੀ ਬਣ ਜਾਂਦਾ ਹੈ ਕਿ ਮਨੁੱਖ ਆਪਣੀ ਵਡਿਆਈ ਦਾ ਆਪਣੀ ਇੱਜ਼ਤ ਦਾ ਹੰਕਾਰ ਪਾਲ ਕੇ ਫਿਰ ਆਪਣੇ ਜੀਵਨ ਦੇ ਅੰਦਰ ਅਜਿਹੇ ਕਰਮ ਵੀ ਕਰਦਾ ਹੈ ਕਿ ਮੈਂ ਬਹੁਤ ਵੱਡਾ ਸਤਿਕਾਰਤ ਇੱਜ਼ਤ ਵਾਲਾ ਬਹੁਤ ਰੁਤਬੇ ਵਾਲਾ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਬਾਣੀ ਨੂੰ ਜਿਸ ਵਕਤ ਅਸੀਂ ਪੜ੍ਹਦੇ ਹਾਂ, ਵੈਸੇ ਤੇ ਸੰਸਾਰ ਦੇ ਅੰਦਰ ਇੱਜ਼ਤ ਅਤੇ ਬੇਪਤੀ ਦੇ ਵੱਖਰੇ ਵੱਖਰੇ ਪੈਮਾਨੇ ਇਨਸਾਨ ਨੇ ਆਪਣੇ ਆਪਣੇ ਢੰਗ ਨਾਲ ਬਣਾਏ ਹੁੰਦੇ ਨੇ, ਪਰ ਗੁਰੂ ਮਹਾਰਾਜ ਦੀ ਪਾਵਨ ਬਾਣੀ ਇੱਕ ਐਸੇ ਇੱਜ਼ਤ ਵਾਲੇ ਜੀਵਨ ਦੀ ਗੱਲ ਕਰਦੀ ਹੈ ਜੋ ਸੰਸਾਰ ਦੇ ਫੋਕੇ ਸ਼ਬਦਾਂ ਵਿੱਚੋਂ ਕਿ ਕੋਈ 2-4 ਫੋਕੇ ਸ਼ਬਦ ਕਹਿ ਦਏ, ਵਡਿਆਈ ਕਰ ਦਏ ਕਿ ਤੂੰ ਬੜਾ ਮਹਾਨ ਹੈ, ਤੂੰ ਬੜਾ ਚੰਗਾ ਹੈ, ਤੇ ਮਨੁੱਖ ਮਹਿਸੂਸ ਕਰਦਾ ਕਿ ਹਾਂ ਮੈਂ ਬਿਲਕੁਲ ਹੀ ਮਹਾਨ ਹਾਂ ਕਿਉਂਕਿ 4 ਲੋਕ ਮੈਨੂੰ ਚੰਗਾ ਕਹਿਣ ਵਾਲੇ ਹਨ। ਇਸ ਨੂੰ ਮਨੁੱਖ ਆਪਣੀ ਇੱਜ਼ਤ ਸਮਝਦਾ ਹੈ, ਵਡਿਆਈ ਸਮਝਦਾ ਹੈ, ਪੱਤ ਸਮਝਦਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅਸਲ ਇੱਜ਼ਤ ਉਹ ਹੈ ਜਿਹੜੀ ਸੱਚ ਨਾਲ ਜੁੜ ਕੇ ਮਨੁੱਖ ਨੇ ਆਪਣੇ ਜੀਵਨ ਵਿੱਚ ਕਮਾਈ ਹੈ। ਅਸਲ ਪੱਤ ਉਹ ਹੈ ਜਿਹੜੀ ਮਨੁੱਖ ਨੇ ਆਪਣੀ ਰੱਬੀ ਗੁਣਾਂ ਨਾਲ ਜੁੜ ਕੇ ਸੱਚ ਧਰਮ ਤੇ ਅਸੂਲ ਦੀ ਕਮਾਈ ਕਰਕੇ ਆਪਣਾ ਜੀਵਨ ਉਚੇਰਾ ਕਰ ਲਿਆ ਹੈ। ਉਹ ਅਸਲ ਪਤਵੰਤ ਹੈ। ਗੁਰੂ ਅਰਜਨ ਸਾਹਿਬ ਜੀ ਦੇ ਸੁਖਮਨੀ ਸਾਹਿਬ ਦੀ ਬਾਣੀ ਦੇ ਬੋਲ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਸੰਸਾਰ ਦੇ ਅੰਦਰ ਕਿਸੇ ਨੂੰ ਥੜਕਾਉਣ ਦਾ ਇਹ ਪਹਿਲਾ ਢੰਗ ਹੁੰਦਾ ਹੈ ਕਿ ਗੱਲੀ ਬਾਤੀ ਉਸ ਮਨੁੱਖ ਦੀ ਇੰਨੀ ਕੁ ਬੇਪਤੀ ਕਰਨ ਦੀ ਕੋਸ਼ਿਸ਼ ਕਰੋ ਕਿ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਵੇ। ਇਹਨੂੰ ਅਸੀਂ ਆਖਦੇ ਹਾਂ ਪ੍ਰਾਪੇਗੰਡਾ ਕਰਨਾ, ਕੂੜ ਪ੍ਰਚਾਰ ਕਰਨਾ। ਕਿਸੇ ਸੱਚੇ ਮਨੁੱਖ, ਕਿਸੇ ਨੇਕ, ਕਿਸੇ ਭਲੇ ਔਰ ਕਿਸੇ ਚੰਗੇ ਰਾਹ ਤੇ ਤੁਰ ਰਹੇ ਮਨੁੱਖ ਨੂੰ ਰੋਕਣ ਲਈ ਜਾਂ ਉਹਨੂੰ ਉਸ ਦੇ ਅਸੂਲ ਤੇ ਧਰਮ ਤੋਂ ਥੜਕਾਉਣ ਲਈ ਉਸ ਨੂੰ ਮੈਂਟਲੀ ਟੌਰਚਰ ਕਰਨਾ ਕਿ ਉਹ ਉਸ ਨੂੰ ਇਹੋ ਜਿਹੇ ਬੋਲਾਂ ਨਾਲ, ਇਹੋ ਜਿਹੀਆਂ ਗੱਲਾਂ ਨਾਲ ਤੇ ਇਹੋ ਜਿਹੇ ਹਾਲਾਤਾਂ ਨਾਲ
ਘੇਰਿਆ ਜਾਵੇ ਕਿ ਉਹ ਮਾਨਸਿਕ ਤੌਰ ਤੇ ਆਪੇ ਹੀ ਡਿੱਗ ਪਵੇ, ਕਿਉਂਕਿ ਮੁੱਖ ਮਕਸਦ ਤਾਂ ਰਸਤੇ ਤੋਂ ਥਿੜਕਾਉਣਾ ਹੁੰਦਾ ਹੈ। ਜੇ ਇਸ ਗੱਲ ਦਾ ਅਸਰ ਵੀ ਨਾ ਹੋਵੇ, ਫਿਰ ਇਸ ਤੋਂ ਅਗਲਾ ਚਾਤਰ ਧਿਰ ਜਿਹੜੀ ਹੈ ਉਹ ਇਸ ਤੋਂ ਅਗਲਾ ਸਟੈਪ ਲੈਂਦੀ ਹੈ, ਅਗਲਾ ਪੜਾਅ ਤੈਅ ਕਰਦੀ ਹੈ ਕਿ ਇਸ ਮਨੁੱਖ ਨੂੰ ਸਰੀਰਕ ਤੌਰ ਉੱਤੇ ਤੁਸੀਂ ਇੰਨੀਆਂ ਕੁ ਰੁਕਾਵਟਾਂ ਵਿੱਚ ਪਾਓ ਕਿ ਇਹ ਆਪਣੀ ਮੰਜ਼ਿਲ ਉੱਤੇ, ਮਕਸਦ ਉੱਤੇ ਨਾ ਪਹੁੰਚ ਸਕੇ ਤੇ ਥਿੜਕ ਜਾਏ। ਉਹਦੇ ਵਿੱਚ ਲਾਲਚ ਵੀ ਆ ਜਾਂਦਾ ਹੈ, ਡਰ ਵੀ ਆ ਜਾਂਦਾ ਹੈ, ਤਸੀਹੇ ਵੀ ਆ ਜਾਂਦੇ ਹਨ। ਕਹਿਣ ਤੋਂ ਭਾਵ ਕਿਸੇ ਮਨੁੱਖ ਨੂੰ ਤੋੜਨ ਦੇ ਦੋ ਵੱਡੇ ਢੰਗ ਹਨ। ਮਾਨਸਿਕ ਤੌਰ ਉੱਤੇ ਤੋੜਨਾ, ਫਿਰ ਤਾਂ ਸਮਝੋ ਕਹਾਣੀ ਖਤਮ ਹੀ ਹੋ ਗਈ। ਜੇ ਮਨੁੱਖ ਮਾਨਸਿਕ ਤੌਰ ਉੱਤੇ ਨਾ ਟੁੱਟੇ ਤੇ ਫਿਰ ਉਸ ਨੂੰ ਮਾਨਸਿਕ ਤੌਰ ਤੇ ਤੋੜਨ ਦੇ ਢੰਗ ਨੇ। ਤੁਸੀਂ ਕਿਸੇ ਵੀ ਮਹਾਨ ਸ਼ਹੀਦ ਦਾ ਜੀਵਨ ਪੜ੍ਹੋਗੇ, ਉਹ ਕੁਝ ਪੜਾਅ ਤੈਅ ਕਰਕੇ ਹੀ ਸ਼ਹੀਦ ਦੀ ਅਵਸਥਾ ਤੱਕ ਪਹੁੰਚਦਾ ਹੈ। ਪਹਿਲਾ ਪੜਾਅ ਉਸ ਦੇ ਸਾਹਮਣੇ ਹੁੰਦਾ ਹੈ ਕਿ ਉਸ ਨੂੰ ਫੁਸਲਾਇਆ ਜਾਂਦਾ ਹੈ, ਆਪਣੀਆਂ ਮੋਮੋ ਠੱਗਣੀਆਂ, ਮਿੱਠੀਆਂ ਚਿਕਨੀਆਂ ਚੋਪੜੀਆਂ ਗੱਲਾਂ ਦੇ ਵਿੱਚ ਫਸਾਇਆ ਜਾਂਦਾ ਹੈ। ਜੇ ਉਹ ਇਸ ਚਾਪਲੂਸੀ ਦੀ ਦਲਦਲ ਨੂੰ ਵੀ ਪਾਰ ਕਰ ਲਵੇ, ਇਸ ਵਿੱਚ ਫਸੇ ਨਾ, ਫੋਕੀ ਵਡਿਆਈ ਤੇ ਸ਼ੌਹਰਤ ਤੋਂ ਬਾਹਰ ਨਿਕਲ ਜਾਏ, ਤਾਂ ਉਸ ਦੇ ਅੱਗੇ ਦੂਸਰਾ ਪੜਾਅ ਹੁੰਦਾ ਹੈ ਲਾਲਚ ਦਾ। ਉਹਦੇ ਸਵਾਰਥ ਨੂੰ, ਉਹਦੇ ਲਾਲਚ ਨੂੰ ਕਿ ਤੇਰੇ ਨਾਲ ਇਵੇਂ ਚੰਗਾ ਸਲੂਕ ਹੋ ਸਕਦਾ ਹੈ, ਤੈਨੂੰ ਇਹ ਮਿਲ ਸਕਦਾ ਹੈ। ਜੀਵਨ ਦੇ ਉਹ ਹਸੀਨ ਸੁਪਨੇ ਜਿਹੜੇ ਹਰ ਮਨੁੱਖ ਵੇਖਦਾ ਹੈ, ਤੇ ਹਰ ਮਨੁੱਖ ਦੇ ਅੰਦਰ ਇਹ ਕੁਝ ਨਾ ਕੁਝ ਹਸਰਤ ਹੁੰਦੀ ਹੈ ਕਿ ਮੈਂ ਜੀਵਨ ਵਿੱਚ ਕੁਝ ਪਾਵਾਂ, ਕੁਝ ਸੁੱਖ ਸਹੂਲਤਾਂ ਹੰਢਾਵਾਂ, ਕੁਝ ਸੁੱਖ ਮਾਣਾ। ਫਿਰ ਅੰਦਰ ਦੀ ਉਸ ਹਵਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸ਼ਾਇਦ ਮਨੁੱਖ ਆਪਣੇ ਸਵਾਰਥ ਤੇ ਲੋਭ ਕਰਕੇ ਹੀ ਕਿਸੇ ਤਰ੍ਹਾਂ ਨਾਲ ਠੰਡਾ ਪੈ ਜਾਏ। ਜਦੋਂ ਉਹ ਇਸ ਲੋਭ, ਸਵਾਰਥ ਤੇ ਨਿੱਜੀ ਗਰਜ ਦੇ ਪੜਾਅ ਨੂੰ ਵੀ ਤੈਅ ਕਰ ਲੈਂਦਾ ਹੈ, ਫਿਰ ਅਗਲੀ ਕਹਾਣੀ ਤੀਜੇ ਸਟੈਪ ਤੇ ਸ਼ੁਰੂ ਹੋ ਜਾਂਦੀ ਹੈ। ਡਰ ਤੇ ਟੌਰਚਰ ਕਰਨਾ ਸਰੀਰਕ ਰੂਪ ਵਿੱਚ। ਜਦੋਂ ਡਰ ਤੇ ਇਹ ਦੁੱਖਾਂ ਦੀ, ਜ਼ੁਲਮਾਂ ਦੀ ਕਹਾਣੀ ਨੂੰ ਵੀ ਪਾਰ ਕਰ ਲਵੇ, ਇਹ ਪੜਾਅ ਵੀ ਤੈਅ ਕਰ ਲਵੇ, ਫਿਰ ਉਹਦੀ ਮੌਤ ਤੈਅ ਹੁੰਦੀ ਹੈ। ਕਿਉਂਕਿ ਜਿਹੜਾ ਇਹਨਾਂ ਤਿੰਨ ਤਰੀਕਿਆਂ ਦੇ ਨਾਲ ਤੋੜਿਆ ਨਹੀਂ ਜਾ ਸਕਿਆ, ਫਿਰ ਜ਼ੁਲਮ ਕਰਨ ਵਾਲੇ ਦੇ ਸਾਹਮਣੇ ਕੋਈ ਗੱਲ ਰਹਿ ਜਾਂਦੀ ਹੈ। ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ, ਹਾਰਿਆ ਮਹਿਸੂਸ ਕਰਦਾ ਹੈ ਵੀ ਹੱਦ ਹੋ ਗਈ, ਮੇਰੀ ਬੇਸ਼ੁਮਾਰ ਚਤੁਰਾਈ ਦੇ ਸਾਹਮਣੇ ਵੀ ਇਹ ਝੁਕਿਆ ਨਹੀਂ, ਮੇਰੇ ਸਾਰੇ ਲਾਲਚਾਂ ਤੇ ਸਵਾਰਥਾਂ ਦੇ ਸਾਹਮਣੇ ਵੀ ਇਸ ਨੇ ਆਪਣੀ ਅੱਖ ਨਹੀਂ ਝੁਕਾਈ, ਔਰ ਮੇਰੇ ਹਰ ਤਰ੍ਹਾਂ ਦੇ ਡਰ ਤੇ ਹਰ ਤਰ੍ਹਾਂ ਦੇ ਤਸੀਹੇ ਦੇ ਸਾਹਮਣੇ ਵੀ ਇਹ ਟੁੱਟਣ ਲਈ ਤਿਆਰ ਨਹੀਂ। ਇਹ ਮੇਰੀ ਹਾਰ ਹੈ। ਇੱਕ ਮਨੁੱਖ ਨੂੰ, ਇੱਕ ਵੱਡੀ ਤਾਕਤ ਵਾਲਾ ਮਨੁੱਖ ਤੋੜਨਾ ਚਾਹੁੰਦਾ ਹੈ। ਉਹਨੇ ਹਰ ਅਰਬਾ ਵਰਤ ਲਿਆ ਪਰ ਉਹ ਟੁੱਟਿਆ ਨਹੀਂ। ਹੁਣ ਉਸ ਹਾਰੇ ਤੇ ਠੱਗੇ ਹੋਏ ਬੰਦੇ ਨੂੰ, ਭਾਵੇਂ ਉਹ ਤਕੜਾ ਹੈ, ਪਰ ਉਹਦੀ ਇੱਕ ਨਹੀਂ ਚੱਲ ਸਕੀ ਸਿਦਕ ਵਾਲੇ ਦੇ ਸਾਹਮਣੇ। ਫਿਰ ਉਹਦੇ ਕੋਲ ਆਖਰੀ ਹਰਬਾ ਹੁੰਦਾ, ਉਹ ਖਿੱਚ ਕੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰਦਾ ਹੈ, ਸਰੀਰਕ ਰੂਪ ਵਿੱਚ ਖਤਮ ਕਰ ਦਿੰਦਾ ਹੈ, ਕਿਉਂਕਿ ਖਿਜਿਆ ਬੰਦਾ ਇਹੋ ਕੁਝ ਹੀ ਕਰ ਸਕਦਾ ਹੈ। ਇੰਨੇ ਪੜਾਅ ਤੈਅ ਕਰਨ ਤੋਂ ਬਾਅਦ ਕੋਈ ਸ਼ਹੀਦ ਦੀ ਅਵਸਥਾ ਤੱਕ ਪਹੁੰਚਦਾ ਹੈ। ਤੁਸੀਂ ਅੰਦਾਜ਼ਾ ਲਾਓ ਕਿ ਉਹ ਕਿੰਨੇ ਪਾਕ ਦਾਮਨ ਵਾਲਾ ਹੁੰਦਾ ਹੈ, ਉਹਦੇ ਜੀਵਨ ਅੰਦਰ ਕਿੰਨੀ ਪਵਿੱਤਰਤਾ ਹੈ, ਜਿੱਥੇ ਫੋਕੀਆਂ ਸ਼ੌਹਰਤਾਂ ਤੇ ਵਡਿਆਈਆਂ ਉਹਨੂੰ ਡੁਲਾਉਂਦੀਆਂ ਨਹੀਂ, ਜਿੱਥੇ ਸੰਸਾਰ ਦੇ ਲੋਭ, ਲਾਲਚ ਤੇ ਹਵਸ ਤੋਂ ਬਹੁਤ ਉੱਪਰ ਉੱਠ ਕੇ ਉਹ ਸੱਚ ਤੇ ਧਰਮ ਤੇ ਅਸੂਲ ਨੂੰ ਪਾਲਦਾ ਹੈ, ਜਿੱਥੇ ਆਪਣੇ ਸਰੀਰਕ ਦੁੱਖਾਂ ਦੀ ਪਰਵਾਹ ਕੀਤੇ ਬਿਨਾਂ ਡਰ ਤੋਂ ਉੱਪਰ ਉੱਠ ਕੇ ਉਹ ਜਿਉਂਦਾ ਹੈ, ਤੇ ਫਿਰ ਉਸ ਸੱਚ ਦੀ ਖਾਤਰ ਆਪਣੇ ਪ੍ਰਾਣ ਤੱਕ ਵੀ ਕੁਰਬਾਨ ਕਰ ਦਿੰਦਾ ਹੈ। ਐਸੇ ਮਹਾਨ ਪੁਰਖ ਨੂੰ ਸ਼ਹੀਦ ਦਾ ਰੁਤਬਾ ਸਿੱਖ ਧਰਮ ਦਿੰਦਾ ਹੈ। ਇਹ ਉਹ ਸ਼ਹੀਦ ਹੈ ਜਿਸ ਨੇ ਸੱਚੇ ਤੇ ਸੁੱਚੇ ਆਦਰਸ਼ ਵਾਸਤੇ ਸੰਸਾਰ ਦੇ ਲੋਕਾਂ ਦੇ ਅੰਦਰ ਸੱਚ ਦੀ ਉਸ ਜੋਤ ਨੂੰ ਜਗਾਈ ਰੱਖਣ ਵਾਸਤੇ ਇੱਕ ਪਵਿੱਤਰਤਾ ਭਰੇ ਅਹਿਸਾਸ ਦੇ ਨਾਲ ਆਪਣਾ ਆਪ ਕੁਰਬਾਨ ਕਰ ਦਿੱਤਾ। ਉਹ ਸ਼ਹੀਦ ਹੈ। ਤਾਂ ਹੀ ਉਹਨਾਂ ਮਹਾਨ ਪਰਉਪਕਾਰੀਆਂ ਦਾ ਸਿੱਖ ਦੀ ਅਰਦਾਸ ਦੇ ਵਿੱਚ ਉਚੇਚਾ ਜ਼ਿਕਰ ਆਉਂਦਾ ਹੈ। ਸਵਾਲ ਇਹ ਹੈ ਵੀ ਉਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ, ਕੌਣ ਸ਼ਹੀਦ ਕਰਨ ਵਾਲਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਨਾਂ ਦਾ ਆਦਰਸ਼ ਕਿੰਨਾ ਪਵਿੱਤਰ, ਉਹ ਕਿੰਨੀ ਪਵਿੱਤਰ ਜ਼ਿੰਦਗੀ ਜਿਉਣ ਵਾਲੇ ਔਰ ਕਿੰਨੀ ਵੱਡੇ ਅਸੂਲਾਂ ਨੂੰ ਪ੍ਰਣਾਏ ਹੋਏ ਮਨੁੱਖ ਹੁੰਦੇ ਹਨ। ਤਾਂ ਉਹਨਾਂ ਨੂੰ ਗੁਰਮਤਿ ਨੇ ਅਸਲ ਇੱਜ਼ਤ ਵਾਲੇ ਆਖਿਆ ਹੈ।
ਅਸੀਂ ਜੋ ਇੱਜ਼ਤ ਭਾਲਦੇ ਹਾਂ ਸੰਸਾਰ ਵਿੱਚ, ਸਾਡੀ ਸੀਮਾ ਇਹ ਹੁੰਦੀ ਏ ਵੀ ਸਾਨੂੰ ਕੋਈ ਬੁਲਾਵੇ ਤੇ ਬੜੇ ਤਕਨੀਕ ਨਾਲ ਬੁਲਾਵੇ, ਸਾਨੂੰ ਜੀ ਆਇਆਂ ਆਖੇ, ਸਾਨੂੰ ਬਿਠਾਵੇ, ਸਾਨੂੰ ਆਦਰ ਦੇਵੇ, ਕੋਈ ਓਏ ਤੱਕ ਕਹਿਣ ਵਾਲਾ ਨਾ ਹੋਵੇ, ਸਾਡੀਆਂ ਸਾਰੀਆਂ ਸਹੂਲਤਾਂ ਪੂਰੀਆਂ ਹੁੰਦੀਆਂ ਰਹਿਣ, ਅਸੀਂ ਇੱਜ਼ਤ ਵਾਲੇ ਹਾਂ। ਵੈਸੇ ਭਾਵੇਂ ਸਾਡੇ ਜੀਵਨ ਵਿੱਚ ਬਦਕਾਰੀ ਹੀ ਭਰੀ ਹੋਵੇ, ਝੂਠ ਹੀ ਭਰਿਆ ਹੋਵੇ, ਅਸੀਂ ਭਾਵੇਂ ਬੇਈਮਾਨੀਆਂ ਹੀ ਕਰਦੇ ਹੋਈਏ, ਪਰ ਉਹ ਬੇਈਮਾਨੀ, ਉਹ ਠੱਗੀ ਤੇ ਉਹ ਕੂੜ ਕਪਟ ਬਾਹਰ ਦੇ ਇਸ ਝੂਠੇ ਲਿਬਾਸਾਂ ਦੇ ਥੱਲੇ ਢਕਿਆ ਰਵੇ, ਬਾਹਰ ਦੀਆਂ ਇਹਨਾਂ ਫੋਕੀਆਂ ਸ਼ੌਹਰਤਾਂ ਦੇ ਥੱਲੇ ਢਕਿਆ ਰਵੇ, ਅਸੀਂ ਮਹਿਸੂਸ ਕਰਦੇ ਹਾਂ ਵੀ ਸਾਡੀ ਤੇ ਸੁਸਾਇਟੀ 'ਚ ਬਹੁਤ ਇੱਜ਼ਤ ਹੈ। ਮੁਆਫ ਕਰਨਾ, ਝੂਠਿਆਂ ਦੀ ਵਡਿਆਈ ਕਰ ਦੇਣ ਤੇ ਇਹਨੂੰ ਇੱਜ਼ਤ ਨਹੀਂ ਕਿਹਾ ਜਾਂਦਾ, ਇਹਨੂੰ ਦੋ ਝੂਠਿਆਂ ਦਾ ਕੰਪਰੋਮਾਈਜ਼ ਆਖਿਆ ਜਾਂਦਾ ਹੈ। ਅਸੀਂ ਸੋਚਦੇ ਹਾਂ ਅੰਦਰ ਦਾ ਕੂੜ ਕਪਟ ਭਾਵੇਂ ਉਵੇਂ ਹੀ ਰਵੇ, ਠੱਗੀ ਚੋਰੀ ਬੇਈਮਾਨੀ ਉਵੇਂ ਹੀ ਰਵੇ, ਅੰਦਰੋਂ ਅਸੀਂ ਧੋਖੇਬਾਜ਼ ਤੇ ਜਾਲਸਾਜ਼ ਹੀ ਹੋਈਏ, ਪਰ ਬਾਹਰੋਂ ਜੇ ਸਾਨੂੰ ਕੋਈ ਚਾਰ ਬੰਦੇ ਸਲਾਮਾ ਕਰਦੇ ਨੇ ਤੇ ਅਸੀਂ ਇੱਜ਼ਤਦਾਰ ਹਾਂ, ਅਸੀਂ ਸਤਿਕਾਰ ਵਾਲੇ ਹਾਂ, ਕਿਉਂਕਿ ਵੇਖੋ ਚਾਰ ਲੋਕ ਸਾਡੇ ਮਗਰ ਨੇ, ਕਿਉਂਕਿ ਸਾਡੇ ਅੰਦਰ ਦੇ ਕੂੜ ਕਪਟ ਨੂੰ ਸਲਾਮਾ ਹੋ ਰਿਹਾ, ਅਸੀਂ ਉਹਨੂੰ ਢੱਕ ਲਿਆ, ਬਾਹਰ ਦੇ ਲਿਬਾਸਾਂ ਨਾਲ ਢੱਕ ਲਿਆ, ਬਾਹਰ ਦੇ ਵੱਡੇ ਵੱਡੇ ਨਾਵਾਂ ਨਾਲ ਢੱਕ ਲਿਆ, ਬਾਹਰ ਦੀਆਂ ਚਤੁਰਾਈਆਂ ਦੇ ਨਾਲ ਪ੍ਰਪੰਚ ਕਰਕੇ ਅਸੀਂ ਆਪਣੇ ਅੰਦਰ ਦੇ ਕੂੜ ਕਪਟ ਤੇ ਗੰਦਗੀ ਨੂੰ ਓਲੇ ਰੱਖਿਆ ਹੋਇਆ ਹੈ, ਔਰ ਇਹ ਝੂਠੀਆਂ ਵਡਿਆਈਆਂ ਤੇ ਸ਼ੌਹਰਤਾਂ ਪ੍ਰਾਪਤ ਕਰਕੇ ਅਸੀਂ ਸੋਚਦੇ ਹਾਂ ਕਿ ਅਸੀਂ ਵਾਕਿਆ ਹੀ ਇੱਜ਼ਤਦਾਰ ਹਾਂ, ਵਡਿਆਈ ਵਾਲੇ ਹਾਂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਹੀਂ, ਤੁਸੀਂ ਗੰਦਗੀ ਦੇ ਉੱਤੇ ਰੇਸ਼ਮ ਦੀ ਚਾਦਰ ਪਾ ਦਿਓ ਤੇ ਗੰਦਗੀ ਅੱਖਾਂ ਤੋਂ ਓਲੇ ਤੇ ਹੋ ਜਾਂਦੀ ਹੈ, ਪਰ ਉਹ ਗੰਦਗੀ ਚੰਗਿਆਈ ਥੋੜਾ ਬਣ ਜਾਂਦੀ ਹੈ। ਜੇ ਉਸ ਗੰਦਗੀ ਨੂੰ ਅਸੀਂ ਰੇਸ਼ਮ ਦੀ ਚਾਦਰ ਨਾਲ ਢੱਕ ਦਈਏ ਤੇ ਗੰਦਗੀ ਹੀ ਰਹੇਗੀ ਨਾ, ਭਾਵੇਂ ਉਹ ਢੱਕੀ ਰੇਸ਼ਮ ਦੇ ਕੱਪੜੇ ਦੇ ਨਾਲ ਹੋਵੇ, ਉਹ ਚੰਗਿਆਈ ਨਹੀਂ ਬਣ ਸਕਦੀ। ਇਸੇ ਤਰ੍ਹਾਂ ਜੇ ਅੰਦਰ ਕੂੜ ਹੈ, ਠੱਗੀ ਹੈ, ਕਪਟ ਹੈ, ਝੂਠ ਹੈ, ਫਰੇਬ ਹੈ, ਬੇਈਮਾਨੀ, ਦਗੇਬਾਜ਼ੀ ਹੈ, ਜ਼ੁਲਮੋ ਸਿਤਮ ਅੰਦਰ ਦੀ ਕਠੋਰਤਾ ਹੈ, ਤੇ ਬਾਹਰੋਂ ਜੇ ਸਾਨੂੰ ਫੋਕੀਆਂ ਸ਼ੌਹਰਤਾਂ ਤੇ ਵਡਿਆਈਆਂ ਮਿਲ ਵੀ ਜਾਣਗੀਆਂ, ਫਿਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਹਦੋਂ ਵੱਡਾ ਬੇਪਤ ਬੰਦਾ ਹੋਰ ਕੀ ਹੋ ਸਕਦਾ। ਮਤ ਸਮਝੋ ਵੀ ਉਹ ਇੱਜ਼ਤਦਾਰ, ਉਹ ਤਾਂ ਸਭ ਤੋਂ ਵੱਡਾ ਬੇਇੱਜ਼ਤ ਹੈ। ਜਿਹੜਾ ਗੰਦਗੀ ਵਿੱਚ ਰਹਿੰਦਾ ਹੈ, ਜਿਹੜਾ ਇਸ ਗੰਦਗੀ ਨੂੰ ਦਿਨ ਰਾਤ ਹੰਢਾਉਂਦਾ ਹੈ, ਉਹ ਇੱਜ਼ਤ ਵਾਲਾ ਨਹੀਂ ਮੰਨਿਆ ਜਾ ਸਕਦਾ। ਤਾਂ ਇੱਜ਼ਤ ਵਾਲਾ ਕੌਣ ਹੈ? ਜਿਸ ਦੇ ਮਨ ਅੰਦਰ ਵੀ ਸੱਚ ਹੈ, ਜੀਵਨ ਜਿਹੜਾ ਪਵਿੱਤਰਤਾ ਨਾਲ ਜਿਉਂਦਾ ਹੈ, ਜਿਹਦੇ ਕਿਰਦਾਰ ਵਿੱਚ ਸਚਾਈ ਤੇ ਅਸੂਲ ਹਨ, ਉਹ ਇੱਜ਼ਤ ਵਾਲਾ ਹੈ। ਹਾਂ, ਇਹ ਵੀ ਕਈ ਵਾਰ ਵਾਪਰ ਜਾਂਦਾ ਹੈ ਵੀ ਐਸੇ ਖਰੇ ਤੇ ਨੇਕ ਮਨੁੱਖ ਦੇ ਮਗਰ ਸ਼ਾਇਦ ਕੋਈ ਬਹੁਤੀਆਂ ਭੀੜਾਂ ਨਾ ਹੋਣ, ਜਿੰਦਾਬਾਦ ਕਹਿਣ ਵਾਲੀਆਂ, ਸਤਿਕਾਰ ਦੇਣ ਵਾਲੀਆਂ, ਸ਼ੌਹਰਤ ਤੇ ਵਡਿਆਈ ਦੀਆਂ ਗੱਲਾਂ ਕਰਨ ਵਾਲੀਆਂ, ਪਰ ਉਹਦਾ ਜੀਵਨ ਹੀ, ਉਹਦਾ ਕਿਰਦਾਰ ਹੀ ਉਹਦੀ ਗਵਾਹੀ ਭਰ ਦਿੰਦਾ ਹੈ ਵੀ ਹਾਂ ਇਹ ਸਭ ਤੋਂ ਮਹਾਨ ਹੈ। ਮੈਂ ਦੋ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਸਾਂਝੀਆਂ ਕਰਦਾ ਹਾਂ। ਇੱਕ ਉਦਾਹਰਣ ਹੈ ਭਗਤ ਕਬੀਰ ਸਾਹਿਬ ਦੀ। ਕਬੀਰ ਸਾਹਿਬ ਨੇ ਖੁਦ ਆਪਣੀ ਰਸਨਾ ਤੋਂ ਇਹ ਗੱਲ ਕਹੀ, ਕਹਿਣ ਲੱਗੇ ਵੀ ਐਸੇ ਵੀ ਰੱਬ ਦੇ ਬੰਦੇ ਹਨ ਜਿਹੜੇ ਮੈਨੂੰ ਝੱਲਾ ਵੀ ਕਹਿੰਦੇ ਹਨ, ਕਮਲਾ ਵੀ ਕਹਿੰਦੇ ਹਨ। ਉਹਨਾਂ ਨੇ ਬਾਣੀ ਵਿੱਚ ਕਿਹਾ, ਲੋਗ ਕਹੇ ਕਬੀਰ ਬੌਰਾਨਾ। ਕਬੀਰ ਤੇ ਝੱਲਾ ਹੋ ਗਿਆ, ਕਬੀਰ ਤੇ ਕਮਲਾ ਹੈ। ਵੇਖੋ ਕਿਵੇਂ ਬੌਰਿਆਂ ਵਾਲੀਆਂ ਗੱਲਾਂ ਕਰਦਾ ਹੈ। ਬੌਰਾ ਉਸੇ ਨੂੰ ਕਹਿੰਦੇ ਆ ਜਿਹੜਾ ਮੈਂਟਲੀ ਅਪਸੈਟ ਹੋਵੇ। ਹੁਣ ਕਬੀਰ ਸਾਹਿਬ ਐਸੇ ਨਹੀਂ, ਸਚਾਈ ਇਹ ਹੈ ਕਿ ਕਬੀਰ ਸਾਹਿਬ ਦਾ ਮਾਨਸਿਕ ਪੱਧਰ ਬਹੁਤ ਉੱਚਾ ਹੈ ਤੇ ਜੀਵਨ ਵੀ ਬਹੁਤ ਉੱਚਾ ਹੈ ਤੇ ਵਿਵੇਕ ਬੁੱਧ ਵੀ ਬੜੀ ਤਿੱਖੀ ਹੈ। ਉਹ ਹਰ ਇੱਕ ਚੀਜ਼ ਦੀ ਨਿਰਖ ਪਰਖ, ਉਹ ਜਿੱਥੇ ਭਗਤ ਨੇ ਨਾ ਰੱਬੀ ਗੁਣਾਂ ਨਾਲ ਪਰੁਚੇ ਹੋਏ, ਜੁੜੇ ਹੋਏ ਨੇ, ਉੱਥੇ ਉਹ ਬਾਹਰ ਦੇ ਕਰਮਕਾਂਡ, ਵਹਿਮ ਤੇ ਭਰਮ ਨੂੰ ਵੀ ਨਕਾਰਦੇ ਨੇ। ਔਰ ਸੱਚ ਜਾਣੋ, ਅਸੀਂ ਸੋਚਦੇ ਹਾਂ ਕਈ ਵਾਰ ਵੀ ਰੱਬ ਦੀ ਗੱਲ ਕਰਦਿਆਂ ਸਾਨੂੰ ਆ ਝੂਠ ਤੇ ਵਿਕਾਰਾਂ ਦੇ ਖੰਡਨ ਦੀ ਕੀ ਲੋੜ ਹੈ? ਸਿੱਧੀ ਰੱਬ ਦੇ ਨਾਮ ਦੀ ਗੱਲ ਕਰੋ ਨਾ। ਪਰ ਮੁਆਫ ਕਰਨਾ, ਰੱਬ ਦੇ ਨਾਮ ਨਾਲ ਜੁੜਨ ਵਾਸਤੇ ਇਹੋ ਹੀ ਤੇ ਅੜਚਣਾ ਨੇ ਜਿਨ੍ਹਾਂ ਨੂੰ ਸਮਝਣਾ ਪਹਿਲੀ ਗੱਲ ਹੈ ਕਿ ਬੰਦਾ ਵਹਿਮ 'ਚ ਨਾ ਪੈ ਜਾਏ, ਭਰਮ ਵਿੱਚੋਂ ਨਿਕਲ ਜਾਏ, ਕਰਮਕਾਂਡਾਂ ਦੀ ਦਲਦਲ ਵਿੱਚ ਨਾ ਧਸ ਜਾਏ। ਇਹਨਾਂ ਰੁਕਾਵਟਾਂ ਨੂੰ ਪਾਰ ਕਰਕੇ ਹੀ ਤੇ ਅੰਤਰ-ਆਤਮਾ ਸ਼ੁੱਧ ਕਰਕੇ ਰੱਬ ਦੇ ਨਾਮ ਦੇ ਯੋਗ ਹੋਇਆ ਜਾਂਦਾ ਹੈ। ਪਰ ਸਾਡੇ ਵਿੱਚ ਇਹ ਗੱਲ ਕਿਧਰੇ ਨਾ ਕਿਧਰੇ ਮਨਾਂ 'ਚ ਘਰ ਘਰ ਗਈ ਹੈ ਕਿ ਤੁਸੀਂ ਜੀ ਰੱਬ ਦੇ ਨਾਮ ਦੀ ਗੱਲ ਕਰੋ, ਇਹਨਾਂ ਗੱਲਾਂ ਨੂੰ ਛੇੜਨ ਦੀ ਲੋੜ ਨਹੀਂ। ਪਰ ਇਹ ਸਵਾਲ ਤਾਂ ਕਰਨਾ ਹੀ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਹਾਨ ਪੁਰਖ ਜਿਨ੍ਹਾਂ ਦੀ ਬਾਣੀ ਤੁਸੀਂ ਪੜ੍ਹਦੇ ਹੋ,
ਉਹ ਤਾਂ ਰੱਬ ਦੇ ਨਾਮ ਨਾਲ ਜੁੜੇ ਹੋਏ ਸਾਡੇ ਆਦਰਸ਼ ਨੇ ਨਾ, ਉਹਨਾਂ ਨੇ ਕਿਉਂ ਇਹ ਗੱਲਾਂ ਕਹੀਆਂ ਬਾਣੀ 'ਚ? ਜਾਤ ਪਾਤ ਦੀ ਗੱਲ ਉਹਨਾਂ ਕਿਉਂ ਕਹਿ ਦਿੱਤੀ? ਸਿੱਧੀ ਰੱਬ ਦੇ ਨਾਮ ਦੀ ਗੱਲ ਕਰਦੇ। ਉਹਨਾਂ ਨੇ ਝੂਠ, ਵਿਕਾਰ ਤੇ ਕਰਮ ਕਾਂਡਾਂ ਦਾ ਖੰਡਨ ਬਾਣੀ 'ਚ ਕਿਉਂ ਕੀਤਾ? ਕੀ ਲੋੜ ਪਈ ਸੀ ਉਹਨਾਂ ਨੂੰ? ਅਸੀਂ ਸੋਚਦੇ ਹਾਂ ਅਸੀਂ ਰੱਬ ਦੇ ਨਾਮ ਮੁਆਫ ਕਰਨਾ, ਅਸੀਂ ਕਈ ਵਾਰ ਸੱਚ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਭਗੌੜੇਪਨ ਨੂੰ ਅਸੀਂ ਰੱਬ ਦੇ ਨਾਮ ਦੇ ਪਰਦੇ ਥੱਲੇ ਢੱਕਣ ਦੀ ਕੋਸ਼ਿਸ਼ ਕਰ। ਅਸਲ 'ਚ ਅਸੀਂ ਕਮਜ਼ੋਰ ਹੁੰਦੇ ਹਾਂ। ਆਪਣੀ ਕਮਜ਼ੋਰੀ ਨੂੰ ਅਸੀਂ ਭਗਤੀ ਦਾ ਨਾਮ ਦੇਣਾ ਚਾਹੁੰਦੇ ਹਾਂ, ਪਰ ਭਗਤੀ ਕਮਜ਼ੋਰੀ ਦਾ ਨਾਮ ਨਹੀਂ ਹੈ। ਭਗਤੀ ਅੰਦਰੋਂ ਜਾਗਣ ਦਾ ਨਾਮ ਹੈ। ਐਸੇ ਜਾਗੇ ਹੋਏ ਮਹਾਨ ਪੁਰਖਾਂ ਦੀ ਬਾਣੀ ਪੜ੍ਹ ਕੇ ਵੇਖੋ, ਉਹਨਾਂ ਨੇ ਕਿੱਡੇ ਵੱਡੇ ਬੁਲੰਦ ਆਵਾਜ਼ ਵਿੱਚ ਹੋਕੇ ਦਿੱਤੇ ਨੇ। ਉਹਨਾਂ ਨੂੰ ਉਹ ਘੋਰ ਤਸੀਹੇ ਵੀ ਆਪਣੇ ਜੀਵਨ ਵਿੱਚ ਸਹਿਣੇ ਪਏ। ਕਬੀਰ ਸਾਹਿਬ ਦੀਆਂ ਉਦਾਹਰਨਾਂ ਤੁਸੀਂ ਪੜ੍ਹੋ, ਕੀ ਕੁਝ ਉਹਨਾਂ ਨਾਲ ਬਾਣੀ ਚੋਂ ਹੀ ਪੜ੍ਹੋ। ਆਪਾਂ ਬਾਹਰ ਦੀਆਂ ਕਿਸੇ ਲਿਖਾਰੀ ਦੀ ਗੱਲ ਛੱਡ ਵੀ ਦਈਏ ਕਿ ਕਿਸੇ ਨੇ ਕੀ ਲਿਖਿਆ ਹੈ। ਹੁਣ ਕਬੀਰ ਸਾਹਿਬ ਦੀ ਆਪਣੀ ਗਵਾਹੀ ਤੇ ਪ੍ਰਮਾਣਿਕ ਹੈ ਨਾ। ਮੈਂ ਸਾਖੀ ਵੱਧ ਘੱਟ ਸੁਣਾ ਸਕਦਾ, ਕੋਈ ਲੇਖਕ ਵੱਧ ਘੱਟ ਲਿਖ ਸਕਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੀ ਕਬੀਰ ਸਾਹਿਬ ਦੀ ਆਪਣੀ ਬਾਣੀ, ਉਹ ਤਾਂ ਕੂਕ ਕੂਕ ਕੇ ਦੱਸਦੀ ਹੈ ਨਾ ਕਿ ਕਬੀਰ ਸਾਹਿਬ ਨੂੰ ਕੀ ਕੁਝ ਸਹਿਣ ਵੀ ਕਰਨਾ ਪਿਆ ਆਪਣੇ ਜੀਵਨ ਦੇ ਅੰਦਰ। ਔਰ ਉਹਨਾਂ ਇਸ ਕਰਕੇ ਨਹੀਂ ਲਿਖਿਆ ਵੀ ਲੋਕਾਂ ਦੀ ਹਮਦਰਦੀ ਮੇਰੇ ਨਾਲ ਜੁੜ, ਇਸ ਕਰਕੇ ਲਿਖਿਆ ਇਹ ਸਚਾਈ ਹੈ ਵੀ ਜਦੋਂ ਅੰਦਰ ਦੀ ਅੱਖ ਖੁੱਲ ਜਾਂਦੀ ਹੈ, ਤੁਸੀਂ ਸੱਚ ਨੂੰ ਵੇਖਦੇ ਹੋ ਤੇ ਕੂਕ ਕੇ ਫਿਰ ਦੁਨੀਆ ਦੀ ਸੱਥ 'ਚ ਖਲੋ ਕੇ ਸੱਚ ਕਹਿੰਦੇ ਹੋ। ਉਸ ਵੇਲੇ ਤੁਹਾਡੇ ਕੋਲ ਆਸਰਾ ਕੇਵਲ ਰੱਬ ਦੇ ਨਾਮ ਦਾ ਹੁੰਦਾ ਹੈ। ਪਰ ਉਹ ਨਾਮੀ ਪੁਰਖ ਜਾਣਦੇ ਹਨ, ਅਕਾਲ ਪੁਰਖ ਨਾਲ ਜੁੜੇ ਹੋਏ ਭਗਤੀ ਭਾਵ ਵਾਲੇ, ਵੀ ਆਹ ਰੁਕਾਵਟਾਂ ਨੇ ਜਿਨ੍ਹਾਂ 'ਚ ਲੋਕ ਫਸੇ ਹੋਏ ਨੇ। ਕੋਈ ਭਰਮ ਵਿੱਚ ਫਸਿਆ, ਕੋਈ ਵਹਿਮ ਵਿੱਚ ਫਸਿਆ, ਕੋਈ ਕਰਮ ਕਾਂਡ ਵਿੱਚ ਫਸਿਆ, ਕੋਈ ਵਿਕਾਰਾਂ ਦੀ ਤੇ ਸ਼ੌਹਰਤ ਦੀ ਦਲਦਲ ਵਿੱਚ ਫਸਿਆ। ਜਿੰਨਾ ਚਿਰ ਇਹਨਾਂ 'ਚੋਂ ਇਹ ਬਾਹਰ ਨਹੀਂ ਆਉਣਗੇ, ਉਹਨਾਂ ਚਿਰ ਇਹਨਾਂ ਦੀ ਅੰਤਰ ਆਤਮੇ ਵਿੱਚ ਰੱਬੀ ਨਾਮ ਦਾ ਵਾਸ ਨਹੀਂ ਹੋ ਸਕਦਾ। ਇਹ ਜ਼ਰੂਰੀ ਹੈ ਵੀ ਸੰਸਾਰ ਨੂੰ ਐਸੀ ਸੇਧ ਦਿੱਤੀ ਜਾਏ। ਤਾਂ ਉਹਨਾਂ ਨੇ ਖੁਦ ਹੀ ਆਪਣੀ ਬਾਣੀ 'ਚ ਖੰਡਨ ਵੀ ਕੀਤਾ ਹੈ, ਮੰਡਨ ਵੀ ਕੀਤਾ ਹੈ ਤੇ ਰੱਬ ਦੇ ਨਾਮ ਦੀ ਗੱਲ ਵੀ ਕੀਤੀ ਹੈ। ਸਾਰਾ ਕੁਝ ਨਾਲ ਨਾਲ ਚੱਲੇਗਾ। ਕਬੀਰ ਸਾਹਿਬ ਆਖਦੇ ਨੇ, ਹੁਣ ਕਬੀਰ ਸਾਹਿਬ ਮਾਨਸਿਕ ਆਤਮਿਕ ਤੌਰ ਤੇ ਵੀ ਬੜੇ ਉੱਚੀ ਪੱਧਰ ਉੱਤੇ ਨੇ, ਉਹਨਾਂ ਦਾ ਜੀਵਨ ਵਿਹਾਰ ਬੜਾ ਬਾ ਕਮਾਲ ਹੈ, ਉਹ ਰੱਬ ਦੇ ਪਿਆਰੇ ਨੇ। ਪਰ ਕੌਣ ਲੋਕ ਹੋਣਗੇ ਜਿਨ੍ਹਾਂ ਨੇ ਆਖਿਆ ਕਬੀਰ ਬੌਰਾ ਹੈ? ਉਹ ਕੌਣ ਲੋਕ ਹੋਣਗੇ? ਅੱਜ ਆਪਾਂ ਸਾਰੇ ਬੈਠੇ ਹਾਂ, ਸਾਡੀ ਰਸਨਾ ਤੋਂ ਅਸੀਂ ਭਾਵੇਂ ਕਬੀਰ ਸਾਹਿਬ ਦੀ ਗੱਲ ਮੰਨੀਏ ਜਾਂ ਨਾ ਮੰਨੀਏ, ਉਹ ਗੱਲ ਵੱਖਰੀ ਹੈ, ਪਰ ਅਸੀਂ ਇਹ ਸੋਚ ਵੀ ਨਹੀਂ ਸਕਦੇ ਵੀ ਕਬੀਰ ਸਾਹਿਬ ਬੌਰੇ ਹਨ। ਸੋਚ ਸਕਦੇ ਹੋ ਤੁਸੀਂ? ਬਿਲਕੁਲ ਨਹੀਂ। ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਉਹ ਲੋਕ ਕੌਣ ਹੋਣਗੇ ਜਿਹੜੇ ਕਬੀਰ ਸਾਹਿਬ ਦੇ ਹੁੰਦਿਆਂ ਸੁਣਦਿਆਂ ਵੀ ਇਹ ਗੱਲ ਕਹਿ ਗਏ ਵੀ ਕਬੀਰ ਜੀ ਬੌਰੇ ਹਨ, ਝੱਲੇ ਹਨ। ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਹਾਂ ਠੀਕ ਹੈ, ਗੱਲ ਅਸੀਂ ਨਹੀਂ ਕਮਾ ਪਾ ਰਹੇ ਉਹਨਾਂ ਦੀ ਗੱਲ, ਪਰ ਅਸੀਂ ਉਹਨਾਂ ਦੀ ਇਸ ਗੱਲੋਂ ਤਾਂ ਸਤਿਕਾਰ ਕਰਾਂਗੇ ਹੀ ਨਾ ਵੀ ਚਲੋ ਅਸੀਂ ਨਹੀਂ ਉਹਨਾਂ ਦੇ ਰਾਹ ਤੇ ਤੁਰੇ, ਪਰ ਉਹ ਤਾਂ ਮਹਾਨ ਨੇ ਨਾ, ਉਹ ਤਾਂ ਪੂਰਨ ਨੇ ਨਾ। ਪਰ ਕਹਿਣ ਵਾਲਿਆਂ ਦਾ ਤੁਸੀਂ ਹਾਲ ਵੇਖੋ, ਉਹਨਾਂ ਉਦੋਂ ਵੀ ਕਹਿ ਹੀ ਦਿੱਤਾ। ਪਰ ਇਹਦਾ ਭਾਵ ਇਹ ਨਹੀਂ ਵੀ ਕਬੀਰ ਸਾਹਿਬ ਵਾਕਈ ਉਹੋ ਜਿਹੇ ਸਨ ਜਿਹੋ ਜਿਹੇ ਉਹਨਾਂ ਨੇ ਬਿਆਨ ਕੀਤੇ ਨੇ, ਜਿਹੋ ਜਿਹੇ ਉਹਨਾਂ ਨੇ ਆਖਿਆ ਕਬੀਰ ਜੀ ਨੂੰ ਮਿਹਣਾ ਮਾਰਿਆ ਜਾਂ ਪ੍ਰਾਪੇਗੰਡਾ ਕਰਕੇ ਉਹਨਾਂ ਦੇ ਖਿਲਾਫ ਇਹ ਕੂੜ ਪ੍ਰਚਾਰ ਆਰੰਭ ਕੀਤਾ ਹੈ, ਵੀ ਵਾਕਈ ਕਬੀਰ ਸਾਹਿਬ ਨਹੀਂ, ਉਹ ਐਸੇ ਨਹੀਂ ਸਨ। ਤੇ ਵੱਡੀ ਗੱਲ ਹੈ, ਕਬੀਰ ਸਾਹਿਬ ਨੇ ਇਸ ਗੱਲ ਨੂੰ ਲੁਕਾਇਆ ਵੀ ਨਹੀਂ, ਆਪ ਹੀ ਕਹਿ ਦਿੱਤਾ ਵੀ ਮੇਰੇ ਬਾਰੇ ਇਸ ਤਰ੍ਹਾਂ ਦੇ ਖਿਆਲ ਵੀ ਰੱਬ ਦੇ ਬੰਦੇ ਉਹ ਪ੍ਰਚਲਿਤ ਨੇ। ਮੈਨੂੰ ਕੋਈ ਇਸ ਗੱਲ ਵਿੱਚ ਹੀਣ ਭਾਵਨਾ ਨਹੀਂ ਵੀ ਮੈਂ ਇਹ ਗੱਲ ਲੁਕਾਵਾਂ। ਇਹ ਤਾਂ ਮੇਰਾ ਜੀਵਨ ਕੂਕ ਕੇ ਦੱਸੇਗਾ ਵੀ ਮੈਂ ਕੀ ਹਾਂ। ਪਰ ਆਹ ਵੇਖੋ, ਐਸੇ ਲੋਕ ਵੀ ਮੌਜੂਦ ਜਿਹੜੇ ਮੈਨੂੰ ਬੌਰਾ ਤੇ ਝੱਲਾ ਵੀ ਕਹਿੰਦੇ ਨੇ, ਕੁਰਾਈਆ ਵੀ ਕਹਿੰਦੇ ਨੇ, ਪਰ ਮੈਨੂੰ ਇਹ ਸ਼ਬਦ ਸੁਣ ਕੇ ਨਾ ਮੇਰੇ ਅੰਦਰ ਕੋਈ ਹੀਣ ਭਾਵਨਾ ਨਹੀਂ। ਮੈਂ ਇਹ ਗੱਲ ਲੁਕਾਉਂਦਾ ਨਹੀਂ ਵੀ ਸਾਰੇ ਮੇਰੀ ਵਡਿਆਈ ਕਰਨ ਵਾਲੇ ਹੀ ਨੇ। ਵੈਸੇ ਬੰਦਾ ਸੰਸਾਰ ਅੰਦਰ ਉਹ ਗੱਲਾਂ ਦੱਸਦਾ ਜੋ ਮੇਰੀ ਸ਼ੌਹਰਤ ਵਾਸਤੇ ਕਿਸੇ ਨੇ ਕਹੀਆਂ ਹੋਣ, ਤੇ ਮੈਨੂੰ ਕੁਝ ਮਾੜਾ ਕਿਹਾ ਹੋਵੇ ਉਹਨੂੰ ਅਸੀਂ ਲੁਕੋ ਜਾਂਦੇ ਹਾਂ। ਅਸੀਂ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਵੀ ਨਹੀਂ ਨਹੀਂ, ਮੈਂ ਤਾਂ ਸਾਰਿਆਂ ਦੀ ਨਜ਼ਰ 'ਚ ਚੰਗਾ ਹੀ ਚੰਗਾ ਹਾਂ। ਪਰ ਸਚਿਆਰੇ ਮਹਾਨ ਪੁਰਖਾਂ ਨੇ ਇਹ ਗੱਲ ਲੁਕਾਈ ਨਹੀਂ, ਸਾਹਮਣੇ ਕਹਿ ਦਿੱਤੀ। ਹੁਣ ਤੁਸੀਂ ਵੇਖੋ, ਕਬੀਰ ਸਾਹਿਬ ਐਸੇ ਨਹੀਂ ਸਨ, ਪਰ ਜਿਨ੍ਹਾਂ ਲੋਕਾਂ ਨੇ ਇਹ ਗੱਲ ਕਹੀ ਉਹਨਾਂ ਨੂੰ ਲੱਗਿਆ ਵੀ ਕਬੀਰ ਸਾਹਿਬ ਸਾਡੇ ਵਾਂਗ ਗੱਲ ਨਹੀਂ ਕਰਦੇ, ਕਬੀਰ ਸਾਹਿਬ ਦੀ ਸੋਚ ਸਾਡੇ ਵਰਗੀ ਨਹੀਂ। ਜਿਹੜੇ ਵਹਿਮਾਂ ਭਰਮਾਂ ਤੇ ਕਰਮ ਕਾਂਡਾਂ 'ਚ, ਜਿਹੜੇ ਝੂਠ ਵਿੱਚ ਅਸੀਂ ਜਿਉਂਦੇ ਹਾਂ, ਕਬੀਰ ਸਾਹਿਬ ਜੀ ਨੇ ਉਹ ਸਾਰੇ ਪਰਦੇ ਝੂਠ ਦੇ ਪਾੜ ਦਿੱਤੇ ਹਨ ਔਰ ਜਤਾ ਦਿੱਤਾ ਵੀ ਭਾਈ
ਤੁਸੀਂ ਜਿਹੜੇ ਜੀਵਨ ਵਿੱਚ ਜੀ ਰਹੇ ਹੋ, ਜਿਹੜੀ ਆਦਤ ਵਿੱਚ ਜੀ ਰਹੇ ਹੋ, ਚੰਗੀ ਨਹੀਂ। ਚਾਨਣ ਕਰ ਦਿੱਤਾ। ਜਾਨੀ ਕਿ ਹੁਣ ਉਹਨਾਂ ਨੂੰ ਲੱਗਿਆ, ਕਿਉਂਕਿ ਉਹ ਜੀ ਉਸ ਹਾਲਾਤ ਵਿੱਚ ਰਹੇ ਨੇ, ਜਿਹੜੇ ਸਮਝ ਗਏ ਸੋ ਸਮਝ ਗਏ, ਜਿਹੜੇ ਉਸ ਚੀਜ਼ ਵਿੱਚੋਂ, ਹਨੇਰੇ ਚੋਂ ਨਿਕਲਣ ਲਈ ਤਿਆਰ ਨਹੀਂ ਸਨ, ਉਹਨਾਂ ਵਾਸਤੇ ਤਾਂ ਕਬੀਰ ਸਿਆਣਾ ਨਹੀਂ ਨਾ ਹੋ ਸਕਦਾ। ਉਹਨਾਂ ਵਾਸਤੇ ਤਾਂ ਕਬੀਰ ਸਾਹਿਬ ਝੱਲੇ ਹੀ ਹੋਣਗੇ ਨਾ, ਕਿ ਕੀ ਝੱਲਿਆ ਵਣ। ਸਦੀਆਂ ਤੋਂ ਲੋਕ ਇਹੋ ਕੰਮ ਕਰਦੇ ਆ ਰਹੇ ਨੇ, ਝੂਠ ਵਿੱਚ ਜੀਂਦੇ ਆ ਰਹੇ ਨੇ, ਵਹਿਮ ਭਰਮ ਪਾਲਦੇ ਆ ਰਹੇ ਨੇ, ਕਰਮਕਾਂਡ ਕਰਦੇ ਆ ਰਹੇ ਨੇ, ਕਰਦੇ ਕੁਝ ਹੋਰ ਨੇ, ਵਿਖਾਉਂਦੇ ਕੁਝ ਹੋਰ। ਇਹੋ ਹੀ ਤੇ ਸੰਸਾਰ ਦੇ ਮਨੁੱਖ ਦਾ ਜੀਵਨ ਹੈ, ਚਤੁਰਾਈ ਹੈ। ਤੂੰ ਕੌਣ ਹੁੰਨਾ, ਇਕੱਲਾ ਬੰਦਾ ਸਾਨੂੰ ਇਹ ਮੱਤਾਂ ਦੇਣ ਵਾਲਾ? ਇੰਨੀ ਦੁਨੀਆ ਬੇਵਕੂਫ ਹੈ, ਇੰਨੀ ਦੁਨੀਆ ਕਮਲੀ ਹੈ। ਇਹ ਬੜਾ ਔਖਾ ਹੈ। ਹੁਣ ਕੰਮ ਤੇ ਭਲੇ ਦਾ ਕੀਤਾ ਕਬੀਰ ਸਾਹਿਬ ਨੇ, ਪਰ ਤੁਸੀਂ ਵੇਖੋ ਉਸ ਭਲਾਈ ਦੇ ਇਵਜ਼ ਵਿੱਚ ਵੀ ਜਿਹੜੇ ਗਿੱਝ ਗਏ ਹਨ, ਆਦਤ ਬਣ ਗਈ, ਆਦੀ ਹੋ ਗਏ ਝੂਠ ਵਿੱਚ ਜੀਣ ਦੇ, ਵਿਕਾਰ ਵਿੱਚ ਜੀਣ ਦੇ, ਹਨੇਰੇ ਵਿੱਚ ਜੀਣ ਦੇ, ਉਹਨਾਂ ਵਾਸਤੇ ਕਬੀਰ ਸਾਹਿਬ ਕਤਈ ਸਿਆਣੇ ਨਹੀਂ। ਪਰ ਕਬੀਰ ਸਾਹਿਬ ਨੂੰ ਇਹ ਸ਼ਬਦ ਵੀ ਪ੍ਰਵਾਨ ਹੈ। ਦੂਜੀ ਉਦਾਹਰਣ ਗੁਰੂ ਨਾਨਕ ਮਹਾਰਾਜ ਦੀ ਹੈ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਉਰਾਨਾ, ਹੋਂ ਹਰ ਬਿਨ ਔਰ ਨਾ ਜਾਣਾ। ਗੁਰੂ ਨਾਨਕ ਮਹਾਰਾਜ ਖੁਦ ਆਖਦੇ ਵੀ ਕਿਸੇ ਵਾਸਤੇ ਮੈਂ ਇੱਕ ਮਾਮੂਲੀ ਵਿਚਾਰਾ ਜਿਹਾ ਬੰਦਾ ਹਾਂ, ਵੀ ਵਿਚਾਰਾ ਵੇਖੋ ਕਿੰਨੇ ਲੰਮੇ ਸਫ਼ਰਾਂ ਤੇ ਹੈ, ਕਿੰਨੇ ਦੁੱਖ ਸਹਿ ਰਿਹਾ ਹੈ। ਕਿਸੇ ਵਾਸਤੇ ਮੈਂ ਭੂਤਨਾ ਬੇਤਾਲਾ ਹਾਂ, ਕਿਸੇ ਵਾਸਤੇ ਮੈਂ ਕੁਰਾਈਆ ਹਾਂ, ਕਿਸੇ ਵਾਸਤੇ ਮੈਂ ਦੀਵਾਨਾ ਮਸਤਾਨਾ ਆਦਮੀ ਹਾਂ, ਕਿਸੇ ਲਈ ਕੁਝ। ਹਰ ਬੰਦਾ ਆਪਣੇ ਆਪਣੇ ਹਿਸਾਬ ਨਾਲ ਮੈਨੂੰ ਤੱਕ ਰਿਹਾ। ਪਰ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਭਇਆ ਦੀਵਾਨਾ ਸ਼ਾਹ ਕਾ, ਸਾਚੀ ਤੇ ਕਹਿੰਦੇ ਨੇ ਮੈਂ ਮਸਤਾਨਾ ਹਾਂ, ਔਰ ਮੈਨੂੰ ਮਸਤੀ ਤਾਂ ਕੇਵਲ ਉਸ ਕਰਤੇ ਦੇ ਨਾਮ ਤੇ ਸੱਚ ਦੀ ਏ। ਇਸ ਮਸਤੀ ਤੋਂ ਬਿਨਾਂ ਤੇ ਏਡੇ ਔਖੇ ਪੈਂਡੇ ਤੈਅ ਨਹੀਂ ਨਾ ਹੁੰਦੇ। ਇਸ ਮਸਤੀ ਤੋਂ ਬਿਨਾਂ ਤੇ ਜੀਵਨ ਨਹੀਂ ਨਾ ਬਣਦਾ। ਲੋਕ ਕੀ ਜਾਣਨ ਵੀ ਇਸ ਜੀਵਨ ਦੇ ਅੰਦਰ ਕਿਹੋ ਜਿਹਾ ਸਵਾਦ ਹੈ। ਜਿਨ ਚਾਖਿਆ ਤੇ ਨਾਇਆ ਸਵਾਦ ਵਾਲੀ ਗੱਲ ਹੈ ਬਾਣੀ ਨੂੰ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ। ਪਰ ਗੁਰੂ ਨਾਨਕ ਮਹਾਰਾਜ ਕਹਿੰਦੇ ਦੇਖੋ, ਹੁਣ ਇਹ ਅਸੀਂ ਸੋਚਾਂਗੇ ਹੋ ਗੁਰੂ ਨਾਨਕ ਮਹਾਰਾਜ ਨੂੰ ਜਿਨ ਭੂਤਨਾ ਕਿਹਾ, ਬੇਤਾਲਾ ਕਿਹਾ, ਕੁਰਾਈਆ ਕਿਹਾ, ਦੀਵਾਨਾ ਕਿਹਾ, ਕਬੀਰ ਜੀ ਨੂੰ ਬੌਰਾ ਕਿਹਾ, ਉਹਨਾਂ ਦੀ ਕਿਸੇ ਨੇ ਬੇਇੱਜ਼ਤੀ ਕਰ ਦਿੱਤੀ ਹੈ। ਪਰ ਰੱਬ ਦੇ ਬੰਦਿਆਂ ਲਈ ਇਹ ਸ਼ਬਦ ਬੇਇੱਜ਼ਤੀ ਨਹੀਂ ਹਨ। ਉਹਨਾਂ ਦੀ ਇੱਜ਼ਤ ਇਤਨੀ ਵੱਡੀ ਹੈ, ਉਹ ਧੁਰ ਅੰਦਰੋਂ ਸੱਚ ਨਾਲ ਜੁੜੇ ਹੋਏ ਨੇ। ਇਸ ਉਸਤਤ ਤੇ ਇਸ ਨਿੰਦਾ ਤੋਂ ਬਿਲਕੁਲ ਉਹ ਨਿਰਲੇਪ ਹਨ। ਕੋਈ ਉਹਨਾਂ ਨੂੰ ਲੱਖ ਆਖੀ ਜਾਏ, ਲੱਖ ਆਖੀ ਜਾਏ, ਉਹਨਾਂ ਦੇ ਮਾਨਸਿਕ ਆਤਮਿਕ ਜੀਵਨ ਵਿੱਚ ਕੋਈ ਰੁਕਾਵਟ ਖੜੀ ਨਹੀਂ ਕਰ ਸਕਦੇ। ਮੈਂਟਲੀ ਅਪਸੈਟ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ। ਇਹ ਅਸੀਂ ਹੁੰਦੇ ਹਾਂ ਜਿਨ੍ਹਾਂ ਨੂੰ ਚਸਕੇ ਲੱਗੇ ਹੁੰਦੇ ਨੇ ਨਾ, ਮਾਫ ਕਰਨਾ, ਸਾਨੂੰ ਚਸਕਾ ਹੁੰਦਾ ਹੈ। ਅਸੀਂ ਹਮੇਸ਼ਾ ਆਪਣੇ ਬਾਰੇ ਚੰਗਾ ਹੀ ਸੁਣਨਾ ਚਾਹੁੰਦੇ ਹਾਂ, ਭਾਵੇਂ ਮਾੜੇ ਵੀ ਹੋਈਏ ਤਾਂ ਵੀ ਚੰਗਾ। ਇਸ ਕਰਕੇ ਕੋਈ ਐਸਾ ਸ਼ਬਦ ਸਾਡੇ ਕੰਨਾਂ ਨੂੰ ਰਾਸ ਨਹੀਂ ਆਉਂਦਾ ਤੇ ਸਾਨੂੰ ਮੈਂਟਲੀ ਮਾਨਸਿਕ ਤੌਰ ਉੱਤੇ ਡਿਸਟਰਬ ਕਰ ਦਿੰਦਾ ਹੈ। ਮੇਰੀ ਬੇਇੱਜ਼ਤੀ ਹੋਈ, ਮੇਰੀ ਬੇਪਤੀ ਹੋਈ, ਭਾਵੇਂ ਅਗਲੇ ਨੇ ਸੱਚ ਹੀ ਆਖਿਆ ਹੋਵੇ। ਪਰ ਤੁਸੀਂ ਵੇਖੋ ਇੱਕ ਸੱਚੇ ਬੰਦੇ ਨੇ ਉਹਨਾਂ ਬਾਰੇ ਕੂੜ ਕਹਿ ਰਿਹਾ ਹੈ ਕੋਈ ਬੰਦਾ ਵੀ ਭੂਤ ਨੇ, ਬੇਤਾਲੇ ਤੇ ਕੁਰਾਈਏ ਨੇ, ਇਹ ਦੀਵਾਨੇ ਨੇ, ਬੌਰੇ ਨੇ, ਫਿਰ ਵੀ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ, ਭਲਾ ਹੋਵੇ। ਕਿਉਂਕਿ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਜਦੋਂ ਤੁਹਾਡੇ ਮਨ ਦਾ ਪੱਧਰ ਡਿੱਗ ਪਿਆ ਤੁਸੀਂ ਮਹਿਸੂਸ ਕਰ ਗਏ। ਜੇ ਤੁਹਾਡੇ ਮਨ ਦਾ ਪੱਧਰ ਉੱਚਾ ਹੈ, ਇਹ ਲੋਕਾਂ ਦੇ ਚਾਰ ਬੋਲ ਤੁਹਾਡੇ ਮਨ ਅੰਦਰ ਖਲਬਲੀ ਨਹੀਂ ਮਚਾ ਸਕਦੇ। ਤੁਸੀਂ ਰੈਡੀ ਹੋਏ ਸਾਰਾ ਕੁਝ ਸਹਿਣ ਵਾਸਤੇ, ਜਰਨ ਵਾਸਤੇ। ਇਹ ਬਰਦਾਸ਼ਤ ਦਾ ਮਾਦਾ, ਇਹ ਤਾਂ ਅਜੇ ਸ਼ਬਦ ਹੀ ਨੇ, ਮੁਆਫ ਕਰਨਾ, ਇਹ ਤਾਂ ਅਜੇ ਲਫ਼ਜ਼ ਹੀ ਨੇ ਜਿਹੜੇ ਕੰਨਾਂ 'ਚ ਪਏ। ਮਾਨਸਿਕ ਤੌਰ ਉੱਤੇ ਤੁਹਾਨੂੰ ਅਪਸੈਟ ਕਰਨ ਲਈ, ਡਿਸਟਰਬ ਕਰਨ ਲਈ, ਹਲਚਲ ਪੈਦਾ ਕਰਨ ਵਾਸਤੇ ਵੀ ਇਹ ਡਿੱਗ ਪੈਣ, ਪਿਛਾਂ ਆ ਜਾਣ ਕਿਸੇ ਤਰ੍ਹਾਂ। ਹੋ ਸਕਦਾ ਇਦੋਂ ਅਗਲਾ ਪੜਾਅ ਵੀ ਤੈਅ ਕਰਨ ਵਾਸਤੇ ਮਿਲ ਜਾਏ, ਜਿੱਥੇ ਤੁਹਾਨੂੰ ਸਰੀਰ ਦੇ ਦੁੱਖ ਵੀ ਸਹਿਣੇ ਪੈ ਜਾਣ, ਜਿੱਥੇ ਮਾਇਕ ਘਾਟੇ ਵੀ ਸਹਿਣੇ ਪੈ ਜਾਣ, ਜਿੱਥੇ ਕੰਗਾਲੀ ਦੀ ਕਗਾਰ ਤੇ ਵੀ ਲਿਆ ਕੇ ਸਾਨੂੰ ਕੋਈ ਖੜਿਆਂ ਕਰ ਦੇਵੇ, ਤੇ ਉਹ ਕੁਝ ਵੀ ਸਾਡੇ ਨਾਲ ਵਾਪਰੇ ਜਿਹੜਾ ਅਸੀਂ ਸੋਚ ਵੀ ਨਹੀਂ ਸਕਦੇ। ਉਹ ਕੁਝ ਵੀ ਸਹਿਣ ਕਰਨ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਰਗੇ ਮਹਾਨ ਪੁਰਖ, ਤੁਸੀਂ ਉਹਨਾਂ ਦਾ ਜੀਵਨ ਆਪਾਂ ਸਾਰੇ ਜਾਣਦੇ ਹਾਂ। ਆਪਣੇ ਘਰ ਨੂੰ ਛੱਡ ਕੇ, ਪਰਿਵਾਰ ਦੀ ਕੁਰਬਾਨੀ ਕਰਕੇ ਔਰ ਜੰਗਲ ਦਾ ਪੈਂਡਾ ਤੈਅ ਕਰਨਾ, ਸਰਦੀਆਂ ਦੀਆਂ ਹਨੇਰੀਆਂ ਰਾਤਾਂ ਤੇ ਦਿਨਾਂ ਦੇ ਵਿੱਚ, ਤੇ ਉਸ ਪੋਹ ਦੇ ਮਹੀਨੇ ਦੇ ਵਿੱਚ
ਆਪਣੇ ਜਿਸਮ ਦੇ ਕੱਪੜੇ ਵੀ ਲੀਰੋ ਲੀਰ ਕਰਵਾ ਲੈਣੇ, ਕੰਡਿਆਲੀਆਂ ਝਾੜੀਆਂ ਨਾਲ ਅੜ ਕੇ ਗਾਂਹ ਲੰਘਣਾ। ਜੇ ਅਸੀਂ ਸੋਚੀਏ ਤੇ ਇਦੋਂ ਵੱਡੀ ਇਨਸਾਨ ਦੀ ਹੱਦ ਤੱਕ ਕੋਈ ਨਹੀਂ ਹੋ ਸਕਦੀ। ਅਸੀਂ ਖਿਜਾਂਗੇ ਇਸ ਗੱਲ ਉੱਤੇ ਵੀ ਸਾਨੂੰ ਇਹਨੇ ਇਸ ਹਾਲਾਤ ਵਿੱਚ ਲਿਆ ਕੇ ਖਲਿਆ ਰਿਹਾ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਇਸ ਚੀਜ਼ ਨਾਲ ਉਹਨਾਂ ਦੀ ਜੋ ਇੱਜ਼ਤ ਹੈ, ਜੋ ਪੱਤ ਹੈ ਰੱਬ ਦੇ ਦਰ ਦੇ ਉੱਤੇ, ਉਹ ਘਟੀ ਨਹੀਂ, ਵਧੀ ਹੈ, ਵਧੀ ਹੈ। ਸੋਨੇ ਨੂੰ ਕੋਈ ਕੁਠਾਲੀ ਚ ਪਾਉਂਦਾ ਹੈ ਨਾ ਜਿਸ ਵੇਲੇ ਸੁਨਿਆਰ, ਸਾਡੀ ਨਜ਼ਰ ਦੇ ਵਿੱਚ ਇੰਨੀ ਕੀਮਤੀ ਧਾਤ ਕੁਠਾਲੀ ਚ ਪੈ ਗਈ, ਪਰ ਜਦੋਂ ਉਹਦਾ ਸੋਹਣਾ ਸ਼ਿੰਗਾਰ ਕੇ ਉਹ ਗਹਿਣਾ ਤਿਆਰ ਕਰ ਦਿੰਦਾ ਹੈ ਨਾ, ਉਹੀ ਪੱਤ ਵਾਲਾ ਬਣ ਜਾਂਦਾ ਹੈ। ਕਹਿਣ ਤੋਂ ਮੁਰਾਦ ਹੈ ਰੱਬ ਦੇ ਪਿਆਰੇ ਜਦੋਂ ਦੁੱਖ ਵਿੱਚੋਂ ਵੀ ਗੁਜ਼ਰਦੇ ਨਾ ਸੰਸਾਰ ਦੇ, ਉਸ ਵੇਲੇ ਵੀ ਉਹਨਾਂ ਦੀ ਇੱਜ਼ਤ ਤੇ ਪੱਤ, ਉਹਨਾਂ ਦੀ ਕੁਆਲਿਟੀ ਤੇ ਕਦਰ ਉਵੇਂ ਹੀ ਕਾਇਮ ਰਹਿੰਦੀ, ਉਹ ਘਟਦੀ ਨਹੀਂ, ਉਹ ਸੜਦੀ ਨਹੀਂ, ਉਹ ਮਿਟਦੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਐਸੀ ਪੱਤ ਦੀ ਗੱਲ ਕਰਦੇ ਹਨ, ਇੱਕ ਐਸੀ ਇੱਜ਼ਤ ਦੀ ਗੱਲ ਕਰਦੇ ਹਨ ਵੀ ਦਰਅਸਲ ਉਹ ਪੱਤ ਵਾਲੇ ਹਨ, ਉਹ ਇੱਜ਼ਤ ਵਾਲੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਨੂੰ, ਆਪਣੇ ਮਨ ਨੂੰ, ਆਪਣੀ ਆਤਮਾ ਤੇ ਆਪਣੇ ਵਿਹਾਰ ਨੂੰ ਉਸ ਸੱਚ ਵਿੱਚ ਰੰਗ ਲਿਆ। ਉਹ ਸੰਸਾਰ ਦੇ ਲੋਕ ਭਾਵੇਂ ਉਹਨਾਂ ਲਈ ਕੁਫਰ ਵੀ ਤੋਲਦੇ ਰਹਿਣ, ਉਹਨਾਂ ਨੂੰ ਦੁੱਖ ਤਸੀਹੇ ਵੀ ਦਿੰਦੇ ਰਹਿਣ, ਪਰ ਉਹਨਾਂ ਦੀ ਪੱਤ ਉੱਚੀ ਹੀ ਰਹਿੰਦੀ ਹੈ, ਕਦੇ ਨੀਵੀਂ ਨਹੀਂ ਹੁੰਦੀ। ਉਹਨਾਂ ਦੀ ਇੱਜ਼ਤ ਉੱਚੀ ਰਹਿੰਦੀ ਹੈ। ਅਸੀਂ ਕੇਵਲ ਬੋਲਾਂ ਤੱਕ ਆਪਣੀ ਇੱਜ਼ਤ ਨੂੰ ਸੀਮਤ ਕਰਦੇ ਹਾਂ, ਕੁਝ ਵਿਹਾਰ ਰਸਮਾਂ ਤੱਕ ਅਸੀਂ ਕਹਿੰਦੇ ਹਾਂ ਵੀ ਸਾਡੀ ਇੱਜ਼ਤ, ਸਾਡਾ ਸਤਿਕਾਰ। ਉਹਨਾਂ ਦਾ ਅਸਲ ਸਤਿਕਾਰ ਉਹਨਾਂ ਦਾ ਉੱਚਾ ਸੁੱਚਾ ਜੀਵਨ ਹੈ, ਉਹਨਾਂ ਦੀ ਅਸਲ ਇੱਜ਼ਤ ਉਹਨਾਂ ਦਾ ਉੱਚਾ ਸੁੱਚਾ ਜੀਵਨ ਹੈ, ਉਹਨਾਂ ਦੀ ਅਸਲ ਪੱਤ ਧਰਮ ਤੇ ਅਸੂਲ ਨਾਲ ਜੁੜੇ ਰਹਿਣਾ ਹੈ। ਇਹਦੇ ਨਾਲੋਂ ਟੁੱਟਿਆਂ ਹੋਇਆਂ ਉਹ ਸਮਝਦੇ ਨੇ ਬੇਪੱਤ ਹੋਏ, ਬੇਇੱਜ਼ਤ ਹੋਏ। ਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇਹ ਪਾਵਨ ਸ਼ਲੋਕ ਵੀ ਪੱਤ ਰਾਖੀ ਗੁਰ ਪਾਰ ਬ੍ਰਹਮ, ਗੁਰੂ ਨੇ ਕਿਰਪਾ ਕਰਕੇ ਪਾਰ ਬ੍ਰਹਮ ਨੇ ਮੇਰੀ ਇੱਜ਼ਤ ਰੱਖ ਲਈ, ਪੱਤ ਰੱਖ ਲਈ। ਕਿਵੇਂ ਰੱਖ ਲਈ, ਕੀ ਮਿਲਿਆ? ਕਹਿੰਦੇ ਨੇ ਤਾਜ ਪਰਪੰਚ ਮੋਹ ਵਿਕਾਰ। ਜਦੋਂ ਉਹਦੀ ਕਿਰਪਾ ਦੇ ਨਾਲ ਮੈਂ ਅੰਦਰੋਂ ਪਰਪੰਚ ਵਿਖਾਵੇ ਬਾਜੀਆਂ ਤੇ ਪਖੰਡ ਛੱਡ ਦਿੱਤੇ ਨਾ, ਉਹਦੀ ਕਿਰਪਾ ਦੇ ਨਾਲ ਮੈਂ ਅੰਦਰੋਂ ਝੂਠੇ ਪਾਸੇ ਦੀ ਲਗਨ ਛੱਡ ਦਿੱਤੀ ਤੇ ਵਿਕਾਰ ਛੱਡ ਦਿੱਤੇ, ਕਹਿੰਦੇ ਮੈਂ ਉਸ ਦਿਨ ਇੱਜ਼ਤ ਵਾਲਾ ਹੋ ਗਿਆ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਉਸ ਦਿਨ ਇੱਜ਼ਤ ਵਾਲਾ ਬਣਿਆ। ਇਹ ਇੱਜ਼ਤ ਮੈਨੂੰ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਰਹਿਮਤ ਕਰਕੇ, ਤੇ ਤਦੋਂ ਮੈਨੂੰ ਉਹ ਇੱਜ਼ਤ ਵਾਲਾ ਜੀਵਨ ਮਿਲਿਆ ਜਦੋਂ ਮੈਂ ਆਪਣੇ ਅੰਦਰੋਂ ਪਖੰਡ ਛੱਡ ਦਿੱਤਾ, ਜਦੋਂ ਮੈਂ ਆਪਣੇ ਅੰਦਰੋਂ ਮੋਹ, ਝੂਠੇ ਪਾਸੇ ਦੀ ਲਗਨ, ਪਿਆਰ ਤਿਆਗ ਦਿੱਤਾ, ਜਦੋਂ ਆਪਣੇ ਅੰਦਰੋਂ ਵਿਕਾਰ ਛੱਡ ਦਿੱਤੇ, ਤਾਂ ਸਮਝੋ ਰੱਬ ਨੇ ਮੈਨੂੰ ਇੱਜ਼ਤ ਦੇ ਦਿੱਤੀ। ਇੱਥੇ ਇਹ ਸ਼ਬਦ ਨਹੀਂ ਵਰਤਿਆ ਵੀ ਮੇਰੇ ਮਗਰ ਚਾਰ ਬੰਦੇ ਜੈ ਜੈਕਾਰ ਕਰਨ ਵਾਲੇ ਤਾਂ ਇੱਜ਼ਤ ਮਿਲੀ, ਮੈਨੂੰ ਕੁਝ ਲੋਕਾਂ ਨੇ ਸਿਰੋਪੇ ਦਿੱਤੇ ਮੈਂ ਤਾਂ ਇੱਜ਼ਤ ਵਾਲਾ ਹੋਇਆ। ਵੇਖੋ ਸਤਿਗੁਰੂ ਇੱਕ ਜੀਵਨ ਦੀ ਗੱਲ ਸਮਝਾ ਰਹੇ ਨੇ ਵੀ ਜੇ ਹੇ ਮਨੁੱਖ ਤੇਰੇ ਅੰਦਰੋਂ ਪਖੰਡ ਨਿਕਲ ਗਿਆ ਹੈ, ਜੇ ਤੇਰੇ ਅੰਦਰੋਂ ਝੂਠੇ ਪਾਸੇ ਦੀ ਲਗਨ ਨਿਕਲ ਗਈ ਹੈ, ਝੂਠੇ ਚਸਕੇ ਮੁੱਕ ਗਏ ਹਨ ਤੇਰੇ, ਜੇ ਵਿਕਾਰੀ ਐਸ਼ ਪ੍ਰਸਤੀ ਦਾ ਜੀਵਨ ਤੂੰ ਅੰਦਰੋਂ ਤਿਆਗ ਦਿੱਤਾ ਹੈ, ਸਾਦਗੀ ਨਾਲ ਸਚਾਈ ਨਾਲ ਜੀਣਾ ਪਸੰਦ ਆ ਗਿਆ ਤੈਨੂੰ, ਤੇ ਸਮਝ ਲਈ ਤੈਨੂੰ ਰੱਬ ਨੇ ਇੱਜ਼ਤ ਦੇ ਦਿੱਤੀ ਹੈ। ਕਰਮੀ ਆਵੇ ਕਪੜਾ ਸਿਰੋਂ ਪਾਓ, ਉਹਦੀ ਬਖਸ਼ਿਸ਼ ਦਾ ਸਿਰੋਪਾ ਤੈਨੂੰ ਮਿਲ ਗਿਆ ਹੈ, ਸਮਝ ਲਈ। ਹੁਣ ਬਾਹਰ ਦੇ ਸਨਮਾਨ ਤਾਂ ਅਸੀਂ ਸਾਰੇ ਹੀ ਲੋੜਦੇ ਹਾਂ, ਮੇਰੇ ਅੰਦਰ ਵੀ ਭੁੱਖ ਹੋ ਸਕਦੀ ਹੈ, ਕਿਸੇ ਹੋਰ ਅੰਦਰ ਵੀ ਹੋ ਸਕਦੀ ਹੈ ਵੀ ਮੈਨੂੰ ਬਹੁਤ ਭਾਰੀ ਭਰਕਮ ਸਨਮਾਨ ਦਿੱਤੇ ਜਾਣ, ਸਤਿਕਾਰ ਦਿੱਤੇ ਜਾਣ। ਮੁਆਫ ਕਰਨਾ, ਉਹ ਸਤਿਕਾਰ ਜੇ ਸਾਨੂੰ ਚਾਰ ਬੰਦੇ ਇਕੱਠੇ ਹੋ ਕੇ ਦੇ ਵੀ ਦੇਣ ਨਾ, ਜੇ ਸਾਡਾ ਜੀਵਨ ਹੀ ਇੰਨੇ ਜੋਗਾ ਨਹੀਂ, ਅਸੀਂ ਉਸ ਸਨਮਾਨ ਦਾ ਪ੍ਰਾਪਤ ਤੇ ਕਰ ਲੈਨੇ ਆ, ਪਰ ਉਸ ਸਨਮਾਨ ਦੀ ਇੱਜ਼ਤ ਕਰਨੀ ਸਾਡੇ ਵੱਸ ਦੀ ਖੇਡ ਨਹੀਂ ਰਹਿ ਜਾਂਦੀ। ਤੁਸੀਂ ਵੇਖਣਾ ਸਾਡੇ ਕੌਮੀ ਧਾਰਮਿਕ ਆਗੂਆਂ ਨੇ ਕਿੰਨੇ ਲੋਕਾਂ ਨੂੰ ਧਾਰਮਿਕ ਖਿਤਾਬ ਦੇ ਕੇ ਨਿਵਾਜਿਆ, ਪਰ ਜਦੋਂ ਉਹ ਦਿੱਤੇ ਹੋਏ ਖਿਤਾਬ ਜਿਹੜੇ ਨੇ ਉਹਨਾਂ ਦੇ ਬਰਾਬਰ ਪਹੁੰਚਣ ਦੀ ਗੱਲ ਆਉਂਦੀ ਹੈ ਤੇ ਉਹ ਬੰਦੇ ਬੌਣੇ ਲੱਗਦੇ ਨੇ ਵੀ ਖਿਤਾਬ ਵੱਡਾ ਹੈ। ਇਹਨੂੰ ਇੱਕ ਸ਼ਬਦ ਨਾਲ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਚੂਹੇ ਦੇ ਲੱਕ ਦੇ ਨਾਲ ਛੱਜ ਬੰਨ੍ਹ ਦਿੱਤਾ ਜਾਏ ਤਾਂ ਉਹ ਤਾਂ ਆਪ ਹੀ ਖੁੱਡ 'ਚ ਨਹੀਂ ਵੜ ਸਕਦਾ ਚੰਗੀ ਤਰ੍ਹਾਂ, ਤੇ ਛੱਜ ਕਿਧਰੋਂ ਖੁੱਡ 'ਚ ਵਾੜ ਲਏਗਾ। ਚੂਹਾ ਖੱਡ ਨਾ ਮਾਹਵਈ ਤਿੱਕਲ ਬੰਨ੍ਹੇ ਛੱਜ, ਤਿੱਕਲ ਕਹਿੰਦੇ ਉਹਦੇ ਲੱਕ ਨੂੰ ਜੇ ਛੱਜ ਬੰਨ੍ਹ ਦਈਏ ਨਾ ਚੂਹੇ ਦੇ, ਤੇ ਉਹ ਨਿਗੁਣਾ ਹੋ ਜਾਂਦਾ ਹੈ, ਛੱਜ ਦਾ ਭਾਰ ਤੇ ਛੱਜ ਦਾ ਆਕਾਰ ਵੱਡਾ ਹੁੰਦਾ ਹੈ।
ਹੁਣ ਜਾਨੀ ਕਿ ਨਿਗੁਣੇ ਜਾਏ ਬੰਦੇ ਨਾਲ ਵੱਡੇ ਸਤਕਾਰ ਬੰਨ ਦਈਏ, ਵੱਡੀਆਂ ਪਦਵੀਆਂ ਜੋੜ ਦਈਏ, ਵੱਡੇ ਲਫ਼ਜ਼ ਜੋੜ ਦਈਏ, ਤਾਂ ਕੀ ਉਹ ਬੌਣਾ ਜਿਹਾ ਬੰਦਾ ਉਸ ਸਤਕਾਰ ਦਾ ਹੱਕਦਾਰ ਹੋ ਜਾਂਦਾ ਹੈ? ਨਹੀਂ ਹੁੰਦਾ। ਸੋਚੋ ਜ਼ਰਾ, ਅਸੀਂ ਜਿਨ੍ਹਾਂ ਨੂੰ ਪੰਥ ਰਤਨ ਕਹਿੰਦੇ ਹਾਂ ਵੀ ਇਹ ਪੰਥ ਦੇ ਰਤਨ ਹਨ, ਕਹਿਣ ਦਾ ਕੀ ਹੈ? ਜਿਹਦੇ ਮਗਰ ਮਰਜ਼ੀ ਕਹਿ ਦਿਓ। ਲੋਕ ਸਵਾਰਥਾਂ ਦੇ ਬੱਝੇ ਹੋਏ ਨੇ, ਭਰਮ ਭੁਲੇਖ ਜੀ ਦੇ ਮਰਜ਼ੀ ਫੋਕੀ ਵਡਿਆਈ ਸ਼ੌਹਰਤ ਕਰਨਗੇ, ਕੋਈ ਵੱਡੀ ਗੱਲ ਨਹੀਂ ਹੈ ਇਸ ਸੰਸਾਰ ਅੰਦਰ। ਔਰ ਇਸ ਗੱਲ ਤੋਂ ਕਦੇ ਪ੍ਰਭਾਵਿਤ ਨਾ ਹੋਣਾ ਵੀ ਵੇਖੋ ਉਹਦੇ ਮਗਰ ਬਹੁਤੀ ਭੀੜ ਹੈ। ਕਬੀਰ ਸਾਹਿਬ ਮਗਰ ਉਨੀ ਭੀੜ ਨਹੀਂ ਸੀ ਜਿੰਨੀ ਪੰਡਤ ਮਗਰ ਸੀ। ਗੁਰੂ ਨਾਨਕ ਮਗਰ ਉਨੀ ਸ਼ਾਇਦ ਭੀੜ ਨਹੀਂ ਸੀ ਜਿੰਨੀ ਬਾਬਰ ਮਗਰ ਸੀ। ਪਰ ਜਿੱਤ ਦੀ ਭੀੜ ਨਹੀਂ ਹੁੰਦੀ, ਜਿੱਤ ਦਾ ਅਸੂਲ ਹੁੰਦਾ ਹੈ। ਸੰਸਾਰ ਦਾ ਇਤਿਹਾਸ ਕਦੇ ਭੀੜਾਂ ਦੀ ਗਵਾਹੀ ਨਹੀਂ ਭਰਦਾ। ਸੰਸਾਰ ਦਾ ਇਤਿਹਾਸ ਸਚਾਈ ਦੀ ਗਵਾਹੀ ਭਰਦਾ ਹੈ, ਅਸੂਲ ਦੀ ਗਵਾਹੀ ਭਰਦਾ ਹੈ। ਔਰ ਦੁਨੀਆ ਦੇ ਲੋਕ ਅਸੂਲਾਂ ਵਾਲਿਆਂ ਦੀਆਂ ਉਦਾਹਰਨਾਂ ਹੀ ਆਪਣੀਆਂ ਪੀੜ੍ਹੀਆਂ ਨੂੰ ਦਿੰਦੇ ਨੇ, ਬੇਅਸੂਲਾਂ ਤੇ ਭੀੜਾਂ ਦੀਆਂ ਨਹੀਂ ਦਿੰਦੇ। ਕੀ ਅਸੀਂ ਆਪਣੇ ਘਰਾਂ ਵਿੱਚ ਬੈਠੇ ਜਦੋਂ ਆਪਣੇ ਬੱਚਿਆਂ ਨਾਲ ਗੱਲ ਕਰਦੇ ਹਾਂ, ਜਾਂ ਇੱਥੇ ਤੁਸੀਂ ਅਰਦਾਸ ਕਰਦੇ, ਜਾਂ ਸਾਨੂੰ ਜਾਂ ਸਾਡੇ ਬਜ਼ੁਰਗਾਂ ਨੇ ਜੋ ਕੁਝ ਦੱਸਿਆ ਹੈ, ਕਦੇ ਉਹਨਾਂ ਨੇ ਚੰਗੀ ਗੱਲ ਜੇ ਸਾਡੇ ਨਾਲ ਬਹਿ ਕੇ ਕੀਤੀ ਤਾਂ ਕਿਸੇ ਬਾਦਸ਼ਾਹ ਦੇ ਜੀਵਨ ਦੀ ਕੀਤੀ ਕਿ ਕਿਸੇ ਇਨਕਲਾਬੀ ਮਹਾਨ ਪੁਰਖ ਦੇ ਜੀਵਨ ਦੀ ਕੀਤੀ? ਕਿਸੇ ਭੀੜਾਂ ਵਾਲੇ ਬੰਦੇ ਦੀ ਸਾਨੂੰ ਉਦਾਹਰਣ ਦੇ ਕੇ ਉਹਨਾਂ ਨੇ ਚੰਗੇ ਰਾਹ ਤੁਰਨ ਦੀ ਗੱਲ ਸਮਝਾਈ ਕਿ ਸਾਨੂੰ ਉਹਨਾਂ ਮਹਾਨ ਪੁਰਖਾਂ ਜਿਹੜੇ ਨੰਗੇ ਧੜ ਖਲੋ ਕੇ ਆਪਣੇ ਅਸੂਲ ਪਾਲਦੇ ਰਹੇ, ਉਹਨਾਂ ਦੀ ਗੱਲ ਸਮਝਾ ਕੇ ਸਾਨੂੰ ਪ੍ਰੇਰਣਾ ਕੀਤੀ? ਸਚਾਈ ਤੇ ਸਾਡੇ ਸਾਹਮਣੇ ਹੈ ਵੀ ਸੰਸਾਰ ਨੂੰ ਚੰਗਾ ਬਣਾਉਣ ਲਈ ਉਦਾਹਰਣ ਕੇਵਲ ਉਹਨਾਂ ਦੀ ਦਿੱਤੀ ਜਾਏਗੀ ਜਿਨ੍ਹਾਂ ਨੇ ਜੀਵਨ ਵਿੱਚ ਕੁਝ ਸੱਚ ਵਸਾਇਆ ਤੇ ਸੱਚ ਜੀਵੇ। ਭੀੜਾਂ ਵਾਲਿਆਂ ਦੀ ਕੋਈ ਗੱਲ ਨਹੀਂ ਕਰਦਾ। ਉਹ ਜਿੰਨਾ ਚਿਰ ਭੀੜ ਰਹਿੰਦੀ ਹੈ ਲੋਕ ਪ੍ਰਭਾਵਿਤ ਰਹਿੰਦੇ ਨੇ, ਜਦੋਂ ਸਮੇਂ ਗੁਜ਼ਰ ਜਾਣ ਲੋਕ ਉਹਨਾਂ ਨੂੰ ਭੁੱਲ ਜਾਂਦੇ ਨੇ। ਹੁਣ ਜਾਣਨਾ ਇਹ ਹੈ ਵੀ ਖਿਤਾਬ ਤਾਂ ਅਸੀਂ ਸਾਰੇ ਹੀ ਆਪਣੇ ਨਾਮ ਨਾਲ ਲਾਉਂਦੇ ਹਾਂ, ਮੈਂ ਗਿਆਨੀ ਖਿਤਾਬ ਲਾ ਲਵਾਂ, ਪਰ ਜੇ ਮੇਰੇ ਕਰਮ ਬੇਵਕੂਫਾਂ ਵਾਲੇ ਹਨ ਤਾਂ ਕੀ ਉਸ ਗਿਆਨੀ ਸ਼ਬਦ ਦੇ ਤੁੱਲ ਮੇਰਾ ਜੀਵਨ ਪਹੁੰਚਦਾ? ਜੀਵਨ ਤੇ ਬਾਉਣਾ ਭਾਰ ਜ਼ਿਆਦਾ ਬੰਨ ਲਿਆ ਨਾਲ। ਸੋਚੋ, ਜੇ ਮੈਂ ਸੰਤ ਖਵਾ ਲਵਾਂ ਤੇ ਖਵਾ ਲਵਾਂਗਾ, ਚਾਰ ਬੰਦੇ ਮੰਨ ਵੀ ਲੈਣ ਗਏ ਸੀ ਕੋ, ਜਿੱਥੇ ਇੰਨੀ ਭੀੜ ਤੁਰੀ ਫਿਰਦੀ ਉਹ ਚੋਂ ਚਾਰ ਬੰਦੇ ਵੀ ਨਾ ਲੱਭਣਗੇ ਮੈਨੂੰ ਆਪਣੇ ਮਗਰ ਲਾਉਣ ਵਾਸਤੇ। ਸੋਚਿਓ, ਜਿੱਥੇ ਇੰਨੀਆਂ ਭੀੜਾਂ ਤੁਰੀਆਂ ਫਿਰਦੀਆਂ ਨੇ, ਕਿ ਉਸ ਭੀੜ ਦੇ ਵਿੱਚੋਂ ਚਾਰ ਬੰਦੇ ਵੀ ਨਹੀਂ ਲੱਭਣਗੇ ਮੈਨੂੰ ਜਿਹੜੇ ਮੇਰੇ ਮਗਰ ਖਲੋ ਕੇ ਮੇਰੇ ਝੂਠ ਨੂੰ ਸੱਚ ਮੰਨ ਲੈਣ? ਅਵੱਸ਼ ਮਿਲ ਜਾਣਗੇ, ਕੋਈ ਵੱਡੀ ਗੱਲ ਨਹੀਂ ਹੈ। ਪਰ ਸਵਾਲ ਇਹ ਹੈ ਵੀ ਕੀ ਉਸ ਲਫ਼ਜ਼ ਦੇ ਤੁੱਲ ਮੇਰਾ ਜੀਵਨ ਆਪਣਾ ਹੈ ਵੀ, ਕਿਰਦਾਰ ਹੈ ਵੀ? ਜਾਨੀ ਕਿ ਚੂਹੇ ਦੇ ਲੱਕ ਨਾਲ ਛੱਜ ਬੰਨ ਦਿੱਤਾ ਗਿਆ। ਜੇ ਕੋਈ ਮੈਨੂੰ ਪੰਥ ਰਤਨ ਆਖੇ ਤਾਂ ਹੁਣ ਚਾਰ ਬੰਦੇ ਮੰਨਣ ਵਾਲੇ, ਚਾਰ ਦੇਣ ਵਾਲੇ ਤੇ ਚੰਗਾ ਹੋ ਜਾਏਗਾ, ਕੋਈ ਐਸੀ ਵੱਡੀ ਗੱਲ ਨਹੀਂ ਹੈ। ਮੈਂ ਪਹਿਲਾਂ ਕਹਿ ਚੁੱਕਿਆ, ਭੀੜ ਇਕੱਠੀ ਕਰਨੀ ਮਗਰ ਚਾਰ ਬੰਦੇ ਹੋਣੇ ਇਹ ਕੋਈ ਅਸੰਭਵ ਗੱਲ ਨਹੀਂ। ਜਿਹੜੇ ਲੋਕ ਰੂੜੀਆਂ ਤੇ ਦੀਵੇ ਜਗਾ ਸਕਦੇ ਨੇ, ਉਹ ਚਾਰ ਬੰਦੇ ਉਹਨਾਂ ਚੋਂ ਮੇਰੇ ਮਗਰ ਆ ਕੇ ਮੇਰੇ ਝੂਠ ਨੂੰ ਸੱਚ ਨਾ ਮੰਨਣਗੇ। ਜਿਹੜੇ ਲੋਕ ਪੱਥਰਾਂ ਨੂੰ ਦੁੱਧ ਪਿਆ ਸਕਦੇ ਨੇ, ਉਹ ਜਿਉਂਦੇ ਜਾਗਦੇ ਬੰਦੇ ਮਗਰ ਜੀ ਹਜ਼ੂਰੀ ਕਰਨ ਲਈ ਇਕੱਠੇ ਨਾ ਹੋਣਗੇ, ਹੋ ਜਾਣਗੇ। ਉਹਨਾਂ ਦੀ ਸੋਚ ਹੀ ਇੰਨੀ ਹੈ। ਪਰ ਕੀ ਉਸ ਸ਼ਬਦ ਦੇ ਤੁੱਲ, ਉਸ ਸ਼ਬਦ ਦੇ ਤੁੱਲ ਜੋ ਮੈਨੂੰ ਖਿਤਾਬ ਦਿੱਤਾ, ਜੋ ਮੈਂ ਸਤਕਾਰ ਦੁਨੀਆ ਦਾ ਹਾਸਲ ਕਰ ਲਿਆ, ਜਿਹੜੀ ਸ਼ੌਹਰਤ ਮੈਂ ਸਿੱਧੇ ਢੰਗ ਨਾਲ ਪਾ ਲਈ ਦੁਨੀਆ ਦੀ, ਉਹਦੇ ਤੁੱਲ ਮੇਰਾ ਜੀਵਨ ਹੈ ਵੀ ਨਹੀਂ ਹੈ। ਸੋਚਣਾ, ਇਹ ਹੁਣ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਆਖਦੇ ਨੇ ਵੀ ਇਹ ਉਵੇਂ ਦੀ ਗੱਲ ਹੋਈ ਵੀ ਕਿਸੇ ਨੇ ਚੂਹੇ ਦੇ ਲੱਕ ਨਾਲ ਛੱਜ ਬੰਨ ਦਿੱਤਾ। ਉਹ ਤਾਂ ਵਿਚਾਰਾ ਆਪ ਨਿੱਕੀ ਜਿਹੀ ਖੁੱਡ 'ਚ ਮਸਾਂ ਵੜਦਾ ਤੇ ਛੱਜ ਲੈ ਕੇ ਕਿਤਨਾ ਵੜ ਜਾਏ। ਭਾਵ ਉਹਦੇ ਤੇ ਆਪਣੇ ਤਰਨ ਦੇ ਸੰਸੇ ਬਣੇ ਹੋਏ ਨੇ, ਤੁਸੀਂ ਉਹਨੂੰ ਏਡੀ ਵੱਡੀ ਜ਼ਿੰਮੇਵਾਰੀ ਦਾ ਭਾਰ ਉਹਦੇ ਸਿਰ ਦੇ ਉੱਤੇ ਰੱਖ ਦਿੱਤਾ, ਉਹ ਤਾਂ ਵਿਚਾਰਾ ਇਸ ਭਾਰ ਨਾਲ ਹੀ ਮਰ ਜਾਏਗਾ। ਉਹਦੇ ਪਾਰ ਹੋਣ ਦੇ ਚਾਂਸ ਨਹੀਂ ਹਨ। ਔਖਾ ਹੈ, ਕਠਨ ਹੈ। ਇਹ ਪਤਾ ਕਿੱਥੇ ਕਿਹਾ ਮਹਾਰਾਜ ਨੇ ਬਾਣੀ ਦੇ ਅੰਦਰ ਇਹ ਸ਼ਬਦ? ਇਹ ਸ਼ਬਦ ਉੱਥੇ, ਇਹ ਸ਼ਲੋਕ ਗੁਰੂ ਨਾਨਕ ਸਾਹਿਬ ਨੇ ਉੱਥੇ ਉਚਾਰਨ ਕੀਤਾ ਹੈ ਜਿੱਥੇ ਲੋਕ ਝੂਠੀਆਂ ਸ਼ੌਹਰਤਾਂ ਰੱਬ ਤੇ ਧਰਮ ਦੇ ਨਾਂ ਤੇ ਇਕੱਠੀਆਂ ਕਰ ਲੈਂਦੇ ਸਨ, ਪਰ ਇੰਨੇ ਯੋਗ ਨਹੀਂ ਸਨ ਹੁੰਦੇ ਵੀ ਉਹਦੇ ਤੁੱਲ ਕੰਮ ਵੀ ਕਰਕੇ ਵਿਖਾ ਸਕਣ। ਇਹ ਉੱਥੇ ਸ਼ਬਦ ਗੁਰੂ ਪਾਤਸ਼ਾਹ ਨੇ ਵਰਤੇ। ਇਸੇ ਕਰਕੇ ਕਿਹਾ, ਦੇਨ ਦੁਆਈ ਸੇ ਮਰੇ ਜਿਨ ਕੋ ਦੇਨ ਸਜਾਏ। ਜਿਨ੍ਹਾਂ ਨੂੰ ਦੁਆਵਾਂ ਦਿੰਦੇ ਸਨ ਸਿਰ ਤੇ ਹੱਥ ਰੱਖ ਕੇ, ਨਾ ਤਾਂ ਉਹਨਾਂ ਦਾ ਭਲਾ ਹੋਣਾ ਸੀ, ਆਪ ਵੀ ਮਰ ਗਏ। ਲੋਕਾਂ ਨੂੰ ਝੂਠੀਆਂ ਦੁਆਵਾਂ ਦਿੰਦੇ ਰਹੇ, ਲੋਕ ਉਹ ਝੂਠ ਸੁਣ ਕੇ ਜਿਉਂਦੇ ਰਹੇ,
ਮਰ ਆਪ ਵੀ ਗਏ ਤੇ ਉਹਨਾਂ ਨੇ ਵੀ ਮਾਰੀ ਜਾਣਾ ਸੀ ਜਿਨ੍ਹਾਂ ਨੂੰ ਦੁਆਵਾਂ ਦਿੱਤੀਆਂ। ਦੁਆਵਾਂ ਦੇਣ ਵਾਲੇ ਵੀ ਤੁਰ ਗਏ, ਦੁਆਵਾਂ ਲੈਣ ਵਾਲੇ ਵੀ ਤੁਰ ਗਏ। ਜਾਨੀ ਕਿ ਉਹ ਜਿਹੜੇ ਝੂਠੇ ਪ੍ਰਪੰਚ ਰਚਣ ਵਾਲੇ, ਵਿਖਾਵੇ ਕਰਨ ਵਾਲੇ ਸਨ, ਉਹ ਆਪ ਵੀ ਤੁਰ ਗਏ। ਉਹਨਾਂ ਦੀ ਆਪਣੇ ਆਪ ਉੱਤੇ ਵੀ ਕੋਈ ਨਾ ਚੱਲੀ ਤੇ ਜਿਨ੍ਹਾਂ ਦੇ ਜਿਹੜੇ ਆਪਣੇ ਯੋਗ ਨਹੀਂ ਸਨ ਆਪਣੇ ਆਪ ਲਈ, ਜਿਹੜੇ ਉਹਨਾਂ ਦੇ ਮਗਰ ਲੱਗੇ, ਉਹਨਾਂ ਦਾ ਉਹਨਾਂ ਕੀ ਸਵਾਰਨਾ ਸੀ। ਐਸੀ ਉਹਨਾਂ ਦੀ ਹਾਲਤ ਹੋਈ। ਪਰ ਮੁਆਫ ਕਰਨਾ, ਜਿੰਨਾ ਚਿਰ ਕੋਈ ਮਨੁੱਖ ਆਪਣੀ ਸੁਰਤ ਨੂੰ ਗੁਰੂ ਦੇ ਉਪਦੇਸ਼ ਨਾਲ ਸੁਚੇਤ ਨਹੀਂ ਨਾ ਕਰ ਲੈਂਦਾ, ਉਹਨਾਂ ਚਿਰ ਉਹ ਹਨੇਰੇ ਚੋਂ ਬਾਹਰ ਆਉਣ ਲਈ ਤਿਆਰ ਨਹੀਂ ਹੋਏਗਾ। ਇਹ ਸਾਡੀ ਹਮੇਸ਼ਾ ਦੀ ਸੋਚ ਐਸੀ ਹੈ ਔਰ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ। ਜੇ ਅਸੀਂ ਨਿੱਜੀ ਤੌਰ ਉੱਤੇ ਸੁਚੇਤ ਹੋ ਕੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਆਪ ਨੂੰ ਸਵਾਰ ਲਈਏ, ਨਾ ਭਰਮਾਂ ਭੁਲੇਖਿਆਂ ਚੋਂ ਬਾਹਰ ਆ ਜਾਈਏ, ਤੇ ਝੂਠ ਦੀ ਪੂਜਾ ਤਾਂ ਹੀ ਘਟ ਸਕਦੀ ਹੈ, ਝੂਠਿਆਂ ਦੀ ਜੈ ਜੈਕਾਰ ਤਾਂ ਹੀ ਖਤਮ ਹੋ ਸਕਦੀ, ਨਹੀਂ ਤੇ ਨਹੀਂ ਹੋ ਸਕਦੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਇਸੇ ਕਰਕੇ ਆਖਦੇ ਨੇ, ਹੇ ਮਨੁੱਖ, ਇਸ ਗੱਲ ਨੂੰ ਇੱਜ਼ਤ ਸਮਝ ਆਪਣੀ ਵੀ ਜੇ ਤੇਰਾ ਪਖੰਡ ਤੋਂ ਖਹਿੜਾ ਛੁੱਟ ਗਿਆ, ਜੇ ਤੇਰਾ ਪ੍ਰਪੰਚ ਵਿਖਾਵੇ ਕਰਨ ਤੋਂ ਖਹਿੜਾ ਛੁੱਟ ਗਿਆ, ਜੇ ਅੰਦਰ ਦੇ ਝੂਠੀ ਲਗਨ ਤੇਰੇ ਕੋਲੋਂ ਦੂਰ ਹੋ ਗਈ ਏ, ਤੂੰ ਉਹ ਤੋਂ ਮੁਕਤ ਹੋ ਗਿਆ, ਤੇ ਜੇ ਤੇਰੇ ਮਨ ਅੰਦਰੋਂ ਵਿਕਾਰ ਤੇ ਐਸ਼ ਪ੍ਰਸਤੀਆਂ ਦੇ ਚਸਕੇ ਮੁੱਕ ਗਏ ਨੇ, ਤੂੰ ਇੱਜ਼ਤ ਵਾਲਾ ਹੈ, ਤੈਨੂੰ ਰੱਬ ਨੇ ਬਹੁਤ ਵੱਡੀ ਇੱਜ਼ਤ ਨਾਲ ਨਿਵਾਜ ਦਿੱਤਾ। ਫਿਰ ਤੂੰ ਬਾਹਰ ਦੇ ਸਤਕਾਰਾਂ ਦੀ ਭਾਲ ਨਹੀਂ ਕਰੇਗਾ। ਗੁਰੂ ਮਹਾਰਾਜ ਕਹਿੰਦੇ ਨੇ, ਨਾਨਕ ਸੋ ਅਰਾਧੀ ਹੈ। ਹੇ ਨਾਨਕ, ਹਮੇਸ਼ਾ ਉਸ ਕਰਤੇ ਨੂੰ ਯਾਦ ਵਿੱਚ ਰੱਖੀਏ, ਅੰਤ ਨਾ ਪਾਰਾਵਾਰ, ਜਿਸ ਦਾ ਕੋਈ ਅੰਤ ਨਹੀਂ, ਜਿਸ ਦਾ ਕੋਈ ਇੱਕ ਸਿਰਾ ਨਹੀਂ ਲੱਭਿਆ ਜਾ ਸਕਦਾ। ਪੌੜੀ ਵਿੱਚ ਆਖਦੇ, ਪੱਪਾ ਪਰਮਿਤ ਪਾਰ ਨਾ ਪਾਇਆ, ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਤ ਅੰਦਾਜ਼ਾ ਵੀ ਨਹੀਂ ਕੋਈ ਲਾ ਸਕਦਾ, ਪਾਰਲਾ ਪਾਸਾ ਨਹੀਂ ਲੱਭ ਸਕਦਾ। ਪਤਿਤ ਪਾਵਨ ਅਗੰਮ ਹਰਿਰਾਇਆ, ਉਹ ਪਤਿਤ ਵਿਕਾਰਾਂ 'ਚ ਡਿੱਗਿਆਂ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ, ਅਪਹੁੰਚ ਹੈ, ਸਾਰੀ ਖਲਕਤ ਦਾ ਮਾਲਕ ਹੈ। ਹੋਤ ਪੁਨੀਤ ਕੋਟ ਅਪਰਾਧੂ, ਉਹਦੇ ਨਾਮ ਗੁਣਾ ਨਾਲ ਜੁੜ ਕੇ ਕਰੋੜਾਂ ਅਪਰਾਧੀ, ਅਣਗਿਣਤ ਅਪਰਾਧੀ, ਬੇਅੰਤ ਅਪਰਾਧੀ ਪਾਰ ਹੋਣ ਦੀ ਜੁਗਤ ਲੱਭ ਲੈਂਦੇ ਹਨ। ਅੰਮ੍ਰਿਤ ਨਾਮ ਜਪੈ ਮਿਲ ਸਾਧੂ, ਪਰ ਕੌਣ ਪਾਰ ਉਤਰ ਸਕਦੇ ਨੇ? ਜਿਹੜੇ ਗੁਰੂ ਨਾਲ ਮਿਲ ਕੇ, ਸਾਧੂ ਗੁਰੂ ਨਾਲ ਮਿਲ ਕੇ ਅਕਾਲ ਪੁਰਖ ਦੇ ਨਾਮ ਦਾ ਅੰਮ੍ਰਿਤ ਪੀ ਲੈਣ, ਰੱਬੀ ਉਪਦੇਸ਼ ਨੂੰ ਗ੍ਰਹਿਣ ਕਰ ਲੈਣ। ਪ੍ਰਪੰਚ ਧਰੋ ਮੋਹ ਮਿਟਨਾਈ, ਉਹ ਕਿਵੇਂ ਅੰਮ੍ਰਿਤ ਪੀਂਦੇ ਨੇ? ਜਦੋਂ ਉਹਨਾਂ ਦੇ ਜੀਵਨ ਵਿੱਚੋਂ ਵਿਖਾਵਾ ਪ੍ਰਪੰਚ ਮਿਟ ਜਾਏ, ਧਰੋ ਠੱਗੀ ਤੇ ਬੇਈਮਾਨੀ ਦਾ ਸੁਭਾਅ ਮਿਟ ਜਾਏ। ਸੋ ਦੇਖਣਾ, ਤਦੋਂ ਨਾਮ ਅੰਮ੍ਰਿਤ ਵਸੇ। ਹੁਣ ਠੱਗ ਦੇ ਅੰਦਰ ਨਾਮ ਥੋੜਾ ਵਸਣਾ, ਠੱਗੀ ਤੋਂ ਮੁਕਤ ਹੋ ਕੇ ਨਾਮ ਵਸਣਾ। ਵਿਖਾਵੇਬਾਜ਼ ਦੇ ਅੰਦਰ ਰੱਬ ਦਾ ਨਾਮ ਥੋੜੀ ਟੇਕ ਸਕਦਾ, ਫਿਰ ਤਾਂ ਵਿਖਾਵੇਬਾਜ਼ ਭਗਤ ਹੋਇਆ। ਇਹਦਾ ਮਤਲਬ ਭਗਤ ਪਖੰਡ ਕਰ ਸਕਦਾ ਹੈ, ਫਿਰ ਭਗਤ ਠੱਗੀ ਕਰ ਸਕਦਾ ਹੈ। ਫਿਰ ਜੇ ਠੱਗ ਦੇ ਅੰਦਰ ਨਾਮ ਵਸ ਸਕਦਾ, ਠੱਗੀ ਕਰਦੇ ਹੋਇਆਂ ਵੀ ਬੰਦਾ ਰੱਬ ਦੇ ਪ੍ਰਵਾਨ ਹੈ, ਤੇ ਫਿਰ ਇਹਦਾ ਮਤਲਬ ਭਗਤ ਠੱਗ ਹੋਇਆ? ਨਹੀਂ, ਭਗਤ ਠੱਗ ਨਹੀਂ ਹੁੰਦਾ। ਅੰਦਰੋਂ ਠੱਗੀ ਬੇਈਮਾਨੀ ਦਾ ਸੁਭਾਅ ਮਿਟ ਗਿਆ, ਅੰਦਰੋਂ ਵਿਖਾਵਾ ਤੇ ਛਲ ਕਪਟ ਦਾ ਸੁਭਾਅ ਮਿਟ ਗਿਆ, ਔਰ ਆਖਦੇ ਨੇ ਝੂਠੇ ਪਾਸੇ ਦੀ ਲਗਨ ਅੰਦਰੋਂ ਮਿਟ ਗਈ, ਤਦੋਂ ਅੰਮ੍ਰਿਤ ਨਾਮ ਜੀਵਨ ਵਿੱਚ ਵਸੇਗਾ। ਜੇ ਭਾਂਡਾ ਹੀ ਸਾਫ਼ ਨਹੀਂ ਤੇ ਚੀਜ਼ ਕਿਸ ਤਰ੍ਹਾਂ ਵਸੇਗੀ ਜੀਵਨ ਵਿੱਚ? ਭਾਂਡਾ ਤੇ ਸਾਫ਼ ਹੋਣਾ ਚਾਹੀਦਾ ਹੈ ਨਾ। ਤੋ ਠੱਗੀ, ਕਪਟ, ਛਲ ਤੇ ਝੂਠੇ ਪਾਸੇ ਦਾ ਪਿਆਰ ਮਨ ਨੂੰ ਮੈਲਾ ਕਰਦਾ ਹੈ। ਮੈਲੇ ਮਨ ਵਿੱਚ ਨਾਮ ਨਹੀਂ ਵਸ ਸਕਦਾ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ। ਤੋ ਕੀ ਕਰਨਾ ਪੈਂਦਾ? ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਇਹਨੂੰ ਪਹਿਲਾਂ ਮਾਂਜਣਾ ਪਏਗਾ, ਧੋਣਾ ਪਏਗਾ। ਤੋ ਪਾਤਸ਼ਾਹ ਕਹਿੰਦੇ ਨੇ, ਜਾ ਕਉ ਰਾਖੋ ਆਪ ਗੁਸਾਈ, ਹੇ ਅਕਾਲ ਪੁਰਖ ਜੀ, ਜਿਸ ਉੱਤੇ ਤੁਸੀਂ ਆਪ ਕਿਰਪਾ ਕਰਕੇ ਜਿਸ ਦੀ ਰੱਖਿਆ ਕਰਦੇ ਹੋ, ਪਾਤਸ਼ਾਹ ਛਤਰ ਸਿਰ ਸੋ, ਉਹ ਸੱਚਾ ਪਾਤਸ਼ਾਹ ਹੈ ਅਕਾਲ ਪੁਰਖ, ਜਿਹਦੇ ਉੱਤੇ ਸਦੀਵ ਕਾਲ ਉਹਦੀ ਪ੍ਰਭਤਾ ਦਾ ਛਤਰ ਝੁੱਲਦਾ ਹੈ। ਦੁਨੀਆ ਦੇ ਬਾਦਸ਼ਾਹ ਆਉਂਦੇ ਨੇ, 4 ਦਿਨ ਆਪਣੀ ਨੌਬਤ ਚੱਲੇ ਬਜਾਏ, 4 ਦਿਨ ਆਪਣੀਆਂ ਖੇਡਾਂ ਖੇਡਦੇ ਨੇ, ਤੁਰ ਜਾਂਦੇ ਨੇ। ਪਰ ਇੱਕ ਖਿਆਲ ਰੱਖਣਾ, ਉਹਨਾਂ ਦੇ ਛਤਰ ਨੂੰ ਵੀ ਖਤਰਾ ਹੁੰਦਾ ਹੈ ਤੇ ਉਹਨਾਂ ਦੇ ਤਾਜ ਨੂੰ ਵੀ ਖਤਰਾ ਹੁੰਦਾ ਹੈ, ਉਹਨਾਂ ਦੇ ਸਿੰਘਾਸਨ ਨੂੰ ਵੀ ਖਤਰਾ ਹੁੰਦਾ ਹੈ ਤੇ ਉਹਨਾਂ ਦੀ ਤਾਕਤ ਨੂੰ ਵੀ ਖਤਰਾ ਹੁੰਦਾ ਹੈ। ਹਮੇਸ਼ਾ ਉਹਨਾਂ ਦੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਤਰਾ ਬਣਿਆ ਰਹਿੰਦਾ ਹੈ, ਕਿਉਂਕਿ ਕੋਈ ਦੂਜਾ ਵੀ ਹੁੰਦਾ ਜਿਹੜਾ ਇਸ ਤਾਕ ਵਿੱਚ ਹੈ ਵੀ ਕਦੋਂ ਇਹ ਮਗਰੋਂ ਲੱਥੇ ਤੇ ਮੈਂ ਇਹਦੀ ਜਗ੍ਹਾ ਲਵਾਂ। ਤੋ ਸਦਾ ਹੀ ਇੱਕ ਦੂਜੇ ਖਿਲਾਫ ਖੇਡਾਂ ਖੇਡਦੇ ਰਹਿੰਦੇ ਨੇ, ਇੱਕ ਬਚਾਉਣ ਵਾਸਤੇ ਤੇ ਇੱਕ ਉਹਨੂੰ ਮਗਰੋਂ ਲਾਉਣ ਵਾਸਤੇ।
ਪਰ ਉਹ ਸੱਚਾ ਕਰਤਾ ਇੱਕ ਐਸਾ ਹੈ ਜਿਹਦੇ ਛਤਰ ਨੂੰ, ਜਿਹਦੇ ਸਿੰਘਾਸਨ ਨੂੰ, ਜਿਹਦੀ ਪ੍ਰਭਤਾ ਨੂੰ, ਜਿਹਦੀ ਸੱਤਾ ਨੂੰ ਤੇ ਜਿਹਦੀ ਹੋਂਦ ਨੂੰ ਕੋਈ ਖਤਰਾ ਨਹੀਂ, ਕਿਉਂਕਿ ਉਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਇਸੇ ਕਰਕੇ ਕਿਹਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਬਾਕੀ ਤਖਤ ਸਾਰੇ ਝੂਠੇ ਨੇ, ਕਿਉਂਕਿ ਉਹਨਾਂ ਤਖਤਾਂ ਨੂੰ ਹਾਸਲ ਕਰਨ ਵਾਲੇ ਹੋਰ ਵੀ ਬਹੁਤ ਮੌਜੂਦ ਨੇ, ਉਹ ਥਿਰ ਨਹੀਂ ਰਹਿੰਦੇ। ਪਰ ਤੇਰਾ ਤਖਤ ਸੱਚਾ, ਕਿਉਂਕਿ ਤੇਰੇ ਵਰਗਾ ਦੂਜਾ ਕੋਈ ਹੋਰ ਨਹੀਂ। ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ। ਤੇਰੀ ਪ੍ਰਭਤਾ ਦੇ ਚਿੰਨ ਸਦਾ ਕਾਇਮ ਰਹਿਣ ਵਾਲੇ ਨੇ, ਨਿਹਚਲ ਨੇ, ਚਲਾਏਮਾਨ ਨਹੀਂ, ਨਾਸ਼ਵੰਤ ਨਹੀਂ, ਜੁਗੋ ਜੋਗਾ ਟਲ ਨੇ। ਤੋ ਗੁਰੂ ਮਹਾਰਾਜ ਇਸੇ ਕਰਕੇ ਕਹਿੰਦੇ ਨੇ, ਕੋਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਮੈਂ ਕਈ ਵਾਰ ਮਹਿਸੂਸ ਕਰਦਾ, ਧੰਨ ਗੁਰੂ ਅਰਜਨ ਸਾਹਿਬ ਨੇ ਮੁਬਾਰਕ ਬਾਣੀ ਦੀ ਸੰਪਾਦਨਾ ਕੀਤੀ ਆਪਣੇ ਜੀਵਨ ਕਾਲ ਵਿੱਚ, ਪਰ ਇਸ ਬਾਣੀ ਨੂੰ ਸਤਿਗੁਰੂ ਪਾਤਸ਼ਾਹ ਨੇ ਆਪ ਇਕੱਤਰ ਕਰਵਾ ਕੇ, ਯਾਨੀ ਕਿ ਸੰਪਾਦਿਤ ਕਰਵਾਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ। ਔਰ 1604 ਵਿੱਚ ਪਾਤਸ਼ਾਹ ਜੀ ਪੋਥੀ ਸਾਹਿਬ ਬਾਣੀ ਦੀ ਸੰਪਾਦਨਾ ਕਰਦੇ ਨੇ, 1606 ਵਿੱਚ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ, ਯਾਨੀ ਕਿ 2 ਸਾਲ ਬਾਅਦ। ਪਰ ਸੋਚਣ ਵਾਲੀ ਗੱਲ ਇਹ ਹੈ, ਇਸ 2 ਸਾਲ ਦੇ, ਪੌਣੇ 2 ਸਾਲ ਦੇ ਅਰਸੇ 'ਚ ਇਹ ਸਾਰਾ ਕੁਝ ਵਾਪਰ ਗਿਆ ਕਿਉਂ ਭਲਾ? ਇੱਕੋ ਹੀ ਦਰ ਐਸਾ ਸੀ, ਜਿੱਥੇ ਬੋਲ ਪੜ੍ਹੇ ਜਾਂਦੇ ਸਨ, ਕੋਉ ਹਰ ਸਮਾਨ ਨਹੀਂ ਰਾਜਾ, ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ, ਹਟ ਪਟਣ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ। ਵੀ ਮੂਰਖ ਪੱਕੇ ਘਰਾਂ ਨੂੰ ਆਪਣੇ ਸਮਝਦੋ, ਇੱਥੇ ਰਾਜੇ ਵੀ ਗਏ, ਰਾਣੇ ਵੀ ਗਏ, ਵੱਡੇ ਵੱਡੇ ਧਨਾੜ ਗਏ, ਕੋਈ ਔਕਾਤ ਨਹੀਂ ਇਹ ਕਰਤੇ ਦੇ ਸਾਹਮਣੇ। ਕੋਈ ਰਾਜਾ ਇਹ ਗੱਲ ਜਰ ਸਕਦਾ ਭਲਾ? ਹਉਮੈ ਦੀ ਬਿਨਾਂ ਤੇ ਜੀਣ ਵਾਲਾ ਜਰ ਸਕਦਾ ਗੱਲ ਵੀ ਮੈਨੂੰ ਕੋਈ ਆਖਿਓ ਬੜੇ ਆਏ ਤੇਰੇ ਵਰਗੇ ਬੜੇ ਚਲੇ ਗਏ? ਬੰਦਿਆਂ ਵਾਂਗੂ ਰਹਿਣਾ ਸਿੱਖ ਤੇ ਬੰਦਿਆਂ ਵਾਂਗੂ ਜੀਣਾ ਸਿੱਖ। ਮੁਆਫ ਕਰਨਾ, ਦਾੜੀਆਂ ਕਾਜੀ ਵੀ ਵਧਾਉਂਦੇ ਸਨ, ਦਾੜੀ ਮੁੱਛ ਇਸ ਤਰ੍ਹਾਂ ਦੀ ਕੇਸ ਰੱਖਣੇ, ਇਹ ਭਾਰਤੀ ਸਨਾਤਨੀ ਲੋਕ ਵੀ ਰੱਖਦੇ ਸਨ, ਉਹਨਾਂ ਦੇ ਰਿਸ਼ੀ ਮੁਨੀ ਸਾਰੇ ਤੁਸੀਂ ਵੇਖੋ। ਪਰ ਤੁਹਾਡੀ ਦਾੜੀ ਤੇ ਮੁੱਛ ਸਮੇਂ ਦੀ ਹਕੂਮਤ ਨੂੰ ਕਿਉਂ ਚੁਭੀ? ਕਿਉਂਕਿ ਤੁਹਾਡੇ ਦਿਮਾਗ ਵਿੱਚ ਇਹ ਫਿਲਾਸਫੀ ਭਰੀ ਗਈ ਹੈ ਵੀ ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ। ਉਹਨਾਂ ਰਿਸ਼ੀਆਂ ਮੁਨੀਆਂ ਤੇ ਉਹ ਜ਼ਬਰ ਨਹੀਂ ਹੋਇਆ ਜੋ ਤੁਹਾਡੇ ਤੇ ਹੋਇਆ। ਉਹ ਕਾਜ਼ੀ ਵੀ ਤੇ ਦਾੜੀ ਵਾਲੇ ਸਨ ਨਾ, ਮੁਸਲਮਾਨ ਫਕੀਰ ਦਾੜੀਆਂ ਵੱਡੀਆਂ ਕਰਦੇ ਸਨ, ਕਾਜ਼ੀ ਤੇ ਚਲੋ ਇੱਕ ਮਿਆਦ ਦੀ ਰੱਖਦੇ ਸਨ, ਮੁਸਲਮਾਨ ਸੂਫੀ ਫਕੀਰ ਦਾੜੀਆਂ ਵੱਡੀਆਂ ਰੱਖਦੇ ਸਨ, ਉਹ ਵੀ ਦਸਤਾਰੇ ਬੰਨ੍ਹਦੇ ਸਨ ਆਪਣੇ ਸਿਰਾਂ ਦੇ ਉੱਤੇ। ਉਹਨਾਂ ਦੇ ਉੱਤੇ ਉਸ ਢੰਗ ਨਾਲ ਉਹਨਾਂ ਨੂੰ ਸ਼ਿਕਾਰ, ਕਿਉਂਕਿ ਸ਼ਿਕਾਰ ਉਸੇ ਨੂੰ ਬਣਾਇਆ ਜਾਂਦਾ ਹੈ ਜਿਹੜਾ ਕਿਸੇ ਫਿਲਾਸਫੀ ਦੇ ਨਾਲ ਜੁੜਿਆ ਹੈ ਤੇ ਜਿਸ ਨੇ ਆਪਣੀ ਫਿਲਾਸਫੀ ਦੀ ਹੋਂਦ ਕਾਇਮ ਕਰ ਲਈ ਹੈ। ਤੁਹਾਡੇ ਗੁਰੂ ਦੇ ਅਸੂਲ ਜਿੰਨਾ ਚਿਰ ਤੁਹਾਡੇ ਦਿਮਾਗ 'ਚ ਰਹਿਣਗੇ, ਜਿੰਨਾ ਚਿਰ ਗੁਰੂ ਦੀ ਮੱਤ ਦੇ ਤੁਸੀਂ ਪੈਰੋਕਾਰ ਬਣ ਕੇ ਤੁਰਦੇ ਰਹੋਗੇ ਸੰਸਾਰ ਅੰਦਰ, ਤੁਹਾਨੂੰ ਹਰ ਮੁਸੀਬਤ ਨਾਲ 2-4 ਹੋਣਾ ਪਵੇਗਾ। ਇੱਥੇ ਫੋਕੀ ਇਹ ਗੱਲ ਛੈਣੇ ਵਜਾਉਣ ਤੱਕ ਥੋੜੀ ਸੀਮਤ ਹੈ, ਸੋਚਣਾ ਜ਼ਰਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਦੇ ਤੁਸੀਂ ਪੈਰੋਕਾਰ ਹੋ, ਉਸ ਵਿਚਾਰਧਾਰਾ ਨੂੰ ਤੁਸੀਂ ਥੋੜਾ ਬਹੁਤਾ ਜਿੰਨਾ ਵੀ ਜੀਣ ਦੀ ਕੋਸ਼ਿਸ਼ ਕਰਦੇ ਹੋ, ਜਿਉਂਦੇ ਹੋ। ਤੁਹਾਡੇ ਪਿਛੋਕੜ ਵਿੱਚ ਉਹ ਇਨਕਲਾਬੀ ਵਿਰਾਸਤ ਖੜੀ ਹੈ ਜਿਹਦੇ ਤੋਂ ਸੰਸਾਰ ਦਹਿਲਦਾ ਹੈ, ਜਿਹਦੇ ਤੋਂ ਝੂਠਾ ਤੇ ਸੱਤਾਧਾਰੀ ਬੰਦਾ ਕੰਬਦਾ ਹੈ। ਜੇ ਤੁਸੀਂ ਅੱਖ ਨੀਵੀਂ ਕਰ ਲਓ ਤੇ ਸਭ ਠੀਕ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਖਹਿੜਾ ਛੱਡ ਦਿਓ ਤੇ ਤੁਸੀਂ ਸਰਕਾਰਾਂ ਦੇ ਬੀਬੇ ਪੁੱਤ ਬਣ ਜਾਓਗੇ ਇੱਕ ਦਿਨ ਵਿੱਚ। ਪਰ ਜੇ ਤੁਸੀਂ ਇਹਦੇ ਨਾਲ ਨਾਤਾ ਜੋੜ ਕੇ ਰੱਖੋਗੇ ਫਿਰ ਕਹਾਣੀ ਔਖੀ ਰਹੇਗੀ। ਇਹਦਾ ਭਾਵ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਚਾਹੁੰਦੇ ਨੇ ਸੰਸਾਰ ਵਿੱਚ। ਹੁਣ ਸਾਡਾ ਸਾਹਮਣੇ ਸਵਾਲ ਇਹ ਹੈ, ਗੁਰੂ ਗ੍ਰੰਥ ਸਾਹਿਬ ਚਾਹੁੰਦੇ ਨੇ ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਮਜ਼ਦੂਰ ਹੋਵੇ, ਕਰਮ ਦੋਵੇਂ ਵੱਖਰੇ ਵੱਖਰੇ ਕਰ ਰਹੇ ਨੇ, ਪਰ ਸਤਕਾਰ ਤੇ ਹੱਕ ਦੋਵਾਂ ਦੇ ਇੱਕੋ ਜਿਹੇ ਹੋਣ। ਦੇਖੋ ਜੋ ਗੁਰੂ ਗ੍ਰੰਥ ਸਾਹਿਬ ਚਾਹੁੰਦੇ ਨੇ। ਤੁਸੀਂ ਇਹਨਾਂ ਮੁਲਕਾਂ ਵਿੱਚ ਆ ਕੇ ਬਾਰ-ਬਾਰ ਇਹ ਗੱਲ ਕਰਦੇ ਹੋ ਵੀ ਇਹਨਾਂ ਮੁਲਕਾਂ ਵਿੱਚ ਸਿਸਟਮ ਬੜਾ ਵਧੀਆ, ਕੋਈ ਆਪਣੇ ਘਰ ਤੇ ਮਾਤ ਭੂਮੀ ਤੋਂ ਦੂਰ ਨਹੀਂ ਰਹਿਣਾ ਚਾਹੁੰਦਾ, ਪਰ ਤੁਸੀਂ ਬੈਠੇ ਹੋ। ਕਿਉਂ? ਕਿਉਂਕਿ ਤੁਹਾਨੂੰ ਇਹਨਾਂ ਮੁਲਕਾਂ ਦੇ ਕੁਝ ਕਾਇਦੇ ਤੇ ਕਾਨੂੰਨ, ਹੱਕ ਤੇ ਹਕੂਕ ਸਾਰੇ ਬਰਾਬਰ ਲੱਗਦੇ ਨੇ। ਤੁਸੀਂ ਇੱਥੋਂ ਮੁਲਕਾਂ ਵਿੱਚ, ਬੇਗਾਨੇ ਮੁਲਕਾਂ ਦੇ ਪੱਕੇ ਸ਼ਹਿਰੀ ਬਣ ਕੇ, ਇੱਥੋਂ ਦੇ ਸਿਟੀਜ਼ਨ ਬਣ ਕੇ ਇੱਥੋਂ ਦੀ ਵਡਿਆਈ ਕਰਦੇ ਹੋ। ਔਰ ਜਿੱਥੇ ਜੰਮੇ ਪੜੇ, ਤੁਹਾਡਾ ਧਰਮ, ਤੁਹਾਡਾ ਕਲਚਰ ਜਿਸ ਜਗ੍ਹਾ ਤੇ ਪੈਦਾ ਹੋਇਆ, ਤੁਸੀਂ ਆਖਦੇ ਉੱਥੇ ਕੁਝ ਵੀ ਚੰਗਾ ਨਹੀਂ। ਕਿਉਂ ਭਲਾ? ਇੱਕ ਸ਼ਬਦ ਤੁਹਾਨੂੰ ਕਿਉਂ ਕਹਿਣਾ ਪੈਂਦਾ?
ਕਿਉਂਕਿ ਤੁਸੀਂ ਵੇਖਦੇ ਹੋ ਉਸ ਧਰਤ ਦੇ ਉੱਤੇ ਮਨੁੱਖ ਨੂੰ ਮਨੁੱਖ ਨਹੀਂ ਸਮਝਿਆ ਜਾਂਦਾ। ਹਰ ਮਨੁੱਖ ਦੇ ਹੱਕ ਤੇ ਹਕੂਕ ਬਰਾਬਰ ਨਹੀਂ ਹਨ। ਉੱਥੇ ਕਿਸੇ ਦੀ ਕਿਰਤ ਨੂੰ ਮਾਣ ਨਹੀਂ ਦਿੱਤਾ ਜਾਂਦਾ। ਇਹ ਕਾਰਨ ਨੇ ਵੀ ਜਿੱਥੇ ਹੱਕ ਤੇ ਸਿੱਖਾਂ ਨੇ ਏਡੀ ਲੰਮੀ ਜਦੋਜਹਿਦ ਕੀਤੀ, ਹੱਕ ਤੇ ਹਕੂਕ ਵਾਸਤੇ ਕੀਤੀ। ਗੁਰਮਤ ਇਹ ਕਹਿੰਦੀ ਹੈ, ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਕੋਈ ਪ੍ਰਜਾ ਹੋਵੇ, ਭਾਵੇਂ ਕੋਈ ਮਜ਼ਦੂਰ ਹੋਵੇ ਤੇ ਭਾਵੇਂ ਕੋਈ ਮਾਲਕ ਹੋਵੇ, ਹਾਂ ਕਿਰਤ ਵੱਖਰੀ ਵੱਖਰੀ ਕਰ ਰਹੇ ਨੇ, ਪਰ ਦੋਵਾਂ ਦੇ ਹੱਕ ਇੱਕੋ ਜਿਹੇ ਨੇ। ਜੇ ਉਹਨੂੰ ਪੇਟ ਭਰ ਖਾਣਾ ਮਿਲਣਾ ਚਾਹੀਦਾ ਰਾਜੇ ਨੂੰ, ਤੇ ਕੀ ਮਜ਼ਦੂਰ ਨੂੰ ਨਹੀਂ ਮਿਲਣਾ ਚਾਹੀਦਾ? ਜੇ ਉਹਨੂੰ ਸਤਿਕਾਰ ਨਾਲ ਜੀ ਕਹਿਣਾ ਚਾਹੀਦਾ ਤੇ ਕੀ ਮਜ਼ਦੂਰ ਦੀ ਕੋਈ ਇੱਜ਼ਤ ਨਹੀਂ, ਉਹ ਬੰਦਾ ਨਹੀਂ, ਉਹਨੂੰ ਨਹੀਂ ਜੀ ਕਹਿਣਾ ਚਾਹੀਦਾ? ਇਹ ਬਰਾਬਰਤਾ ਗੁਰਮਤ ਪੈਦਾ ਕਰਨਾ ਚਾਹੁੰਦੀ ਸੀ, ਔਰ ਇਹੋ ਹੀ ਚਾਹੁੰਦੀ ਹੈ, ਔਰ ਇੱਥੇ ਆ ਕੇ ਹੀ ਖਲਾ ਨੇ। ਕਿਉਂਕਿ ਤੁਹਾਡੇ ਪਿੱਛੇ ਕੱਲੀ ਉਹ ਮੁਆਫ ਕਰਨਾ ਛੈਣੇ ਖੜਕਾ ਕੇ ਭਗਤੀ ਕਰਨ ਵਾਲੀ ਗੱਲ ਨਹੀਂ ਖੜੀ। ਭਗਤੀ ਅਸਲ ਇਹ, ਜੇ ਰੱਬ ਦੇ ਬੰਦੇ ਨੂੰ ਤੁਸੀਂ ਪੂਰਾ ਮਾਣ ਦਿੰਦੇ ਹੋ ਤੇ ਤੁਸੀਂ ਰੱਬ ਦੀ ਕਿਰਤ ਦਾ ਸਤਿਕਾਰ ਕਰਦੇ ਹੋ। ਤੇ ਜੇ ਮੈਂ ਰੋਜ਼ ਲੋਕਾਂ ਨਾਲ ਠੱਗੀਆਂ ਵੀ ਮਾਰਾਂ ਤੇ ਭੇਦ ਭਾਵ ਵੀ ਕਰਾਂ ਤੇ ਨੀਚ ਨੀਚ ਵੀ ਲੋਕਾਂ ਨੂੰ ਕਹਿ ਕੇ ਭੰਡਾਂ ਤੇ ਇੱਕ ਪਾਸੇ ਰੱਬ ਰੱਬ ਕਰਾਂ, ਤੇ ਕੀ ਮੇਰੇ ਇਸ ਪਖੰਡ ਉਤੇ ਰੱਬ ਖੁਸ਼ ਹੋਏਗਾ? ਰੱਬ ਨਹੀਂ ਜਾਣਦਾ ਵੀ ਇਹ ਮੈਨੂੰ ਰੱਬ ਰੱਬ ਕਹਿ ਕੇ ਰੋਜ਼ ਮੇਰੀ ਚਾਪਲੂਸੀ ਕਰਦਾ? ਮੇਰੇ ਪੈਦਾ ਕੀਤੇ ਬੰਦਿਆਂ ਦਾ ਸਤਿਕਾਰ ਤਾਂ ਇਹ ਤੋਂ ਹੁੰਦਾ ਨਹੀਂ। ਮੇਰੇ ਪੈਦਾ ਕੀਤੇ ਹੋਏ ਸੰਸਾਰ ਵਿੱਚ ਤੇ ਜ਼ਹਿਰ ਫੈਲਾਉਂਦਾ ਹੈ। ਜਿਹਨੂੰ ਮੇਰਾ ਪੈਦਾ ਕੀਤਾ ਚੰਗਾ ਨਹੀਂ ਲੱਗਦਾ, ਉਹਨੂੰ ਮੈਂ ਕਿਵੇਂ ਚੰਗਾ ਲੱਗਾਂਗਾ? ਹੁਣ ਤੁਸੀਂ ਆਖੋ ਵੀ ਤੇਰਾ ਨੱਕ ਵੀ ਚੰਗਾ ਨਹੀਂ, ਕੰਨ ਵੀ ਚੰਗਾ ਨਹੀਂ, ਜ਼ਬਾਨ ਵੀ ਚੰਗੀ ਨਹੀਂ, ਮੂੰਹ ਵੀ ਚੰਗਾ ਨਹੀਂ, ਕੰਮ ਵੀ ਚੰਗਾ ਨਹੀਂ, ਪਰ ਤੂੰ ਬੜਾ ਚੰਗਾ ਹੈ। ਤੇ ਕੋਈ ਗੱਲ ਬਣੀ ਹੈ? ਸੋਚੋ ਜ਼ਰਾ। ਇਹ ਸਾਰਾ ਕੁਝ ਰਲਾ ਕੇ ਹੀ ਮੈਂ ਬਣਨਾ ਹੈ ਨਾ। ਹੁਣ ਮੈਨੂੰ ਤੁਸੀਂ ਆਖੋ ਵੀ ਤੂੰ ਬੰਦਾ ਬਹੁਤ ਚੰਗਾ ਹੈ, ਪਰ ਤੇਰੀ ਗੱਲ ਵੀ ਚੰਗੀ ਨਹੀਂ, ਤੇਰੇ ਕੰਮ ਵੀ ਚੰਗੇ ਨਹੀਂ, ਤੇਰੀ ਸ਼ਕਲ ਵੀ ਚੰਗੀ ਨਹੀਂ, ਤੇ ਮੁਆਫ ਕਰੋ, ਫਿਰ ਮੈਂ ਚੰਗਾ ਕਿਹੜੇ ਪੱਖੋਂ ਹੋ ਗਿਆ? ਅਸੀਂ ਰੱਬ ਨਾਲ ਵੀ ਐਵੇਂ ਕਰਦੇ ਹਾਂ, ਰੱਬਾ ਤੂੰ ਬੜਾ ਚੰਗਾ ਹੈ, ਤੇਰੇ ਬੰਦੇ ਚੰਗੇ ਨਹੀਂ, ਤੇਰਾ ਸੰਸਾਰ ਚੰਗਾ ਨਹੀਂ, ਤੂੰ ਆ ਵੀ ਗਲਤ ਕੀਤਾ, ਇਹਦੇ ਚ ਵੀ ਕਾਣ ਪਾਈ, ਆ ਤੇਰਾ ਮਾੜਾ ਹੈ, ਉਹ ਤੇਰਾ ਮਾੜਾ ਹੈ। ਤੇ ਮੁਆਫ ਕਰਨਾ, ਰੱਬ ਕੋਈ ਬੱਚਾ ਤੇ ਨਹੀਂ ਜਿਹੜਾ ਇਹਨਾਂ ਗੱਲਾਂ ਤੇ ਰੀਝ ਜਾਏ ਵੀ ਫਿਰ ਮੈਂ ਚੰਗਾ ਕਿਹੜੇ ਪਾਸਿਓਂ ਹੋਇਆ? ਆਪਣੇ ਸਵਾਰਥ ਲਈ ਤੂੰ ਰੱਬ ਨੂੰ ਚੰਗਾ ਕਹਿੰਦਾ, ਪਰ ਰੱਬ ਦੀ ਕਿਰਤ ਨੂੰ ਚੰਗਾ ਨਹੀਂ ਮੰਨਦਾ, ਉਹਦੇ ਨਾਲ ਇਨਸਾਫ ਨਹੀਂ ਕਰ ਸਕਦਾ ਤੂੰ। ਇਹ ਹੈ ਪ੍ਰਪੰਚ, ਇਹ ਹੈ ਪਖੰਡ, ਇਹਨੂੰ ਆਪਣੇ ਅੰਦਰੋਂ ਕੱਢ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ, ਨਾਨਕ ਦੂਸਰਾ ਅਵਰ ਨਾ ਕਹੋ, ਹੈ ਨਾਨਕ ਦੂਸਰਾ ਉਹਦੇ ਵਰਗਾ ਹੋਰ ਕੋਈ ਨਹੀਂ। ਅਗਲੇ ਸ਼ਲੋਕ ਵਿੱਚ ਸਤਿਗੁਰੂ ਕਹਿੰਦੇ ਨੇ, ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ ਪੌੜੀ। ਫਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲ ਜੁਗ ਮਹਿ ਪਾਇਆ, ਫਿਰੇ ਇਆ ਅਵਸਰ ਚਰੈ ਨ ਹਾਥਾ, ਨਾਮ ਜਪੋ ਤੋ ਕਟੀਐ ਫਾਸਾ, ਫਿਰ ਫਿਰ ਆਵਨ ਜਾਨ ਨ ਹੋਈ, ਏਕੈ ਏਕ ਜਪੋ ਜਪ ਸੋਈ, ਕਰੋ ਕਿਰਪਾ ਪ੍ਰਭ ਕਰਨੈ ਹਾਰੇ, ਮੇਲ ਲੇਹੋ ਨਾਨਕ ਬੇਚਾਰੇ। ਸਤਿਗੁਰੂ ਸ਼ਲੋਕ ਵਿੱਚ ਕਹਿੰਦੇ ਹਨ, ਗੁਰੂ ਨੇ ਮਿਹਰਾਮਤ ਰਹਿਮਤ ਕਰਕੇ ਮੇਰੇ ਅੰਦਰ ਦੀਆਂ ਵਿਕਾਰਾਂ ਦੀਆਂ ਫਾਹੀਆਂ ਕੱਟ ਦਿੱਤੀਆਂ, ਜੰਜੀਰਾਂ ਤੋੜ ਦਿੱਤੀਆਂ, ਜਿਨ੍ਹਾਂ ਵਿੱਚ ਮੈਂ ਬੱਝਾ ਹੋਇਆ ਵਿਕਾਰੀ ਜੀਵਨ ਜਿਉਂਦਾ ਹਾਂ। ਉਹ ਸੰਸਕਾਰ ਮਿਟਾ ਦਿੱਤੇ, ਉਹ ਮੰਦੇ ਖਿਆਲ ਅੰਦਰੋਂ ਕੱਢ ਦਿੱਤੇ, ਜਿਨ੍ਹਾਂ ਦੇ ਕੰਟਰੋਲ ਵਿੱਚ ਮੈਂ ਮਾੜੇ ਪਾਸੇ ਪੈਰ ਪੁੱਟਦਾ ਜਾਣਾ। ਮਿਟੇ ਗਵਨ, ਤੇ ਜਦੋਂ ਫਾਹੀਆਂ ਕੱਟੀਆਂ ਗਈਆਂ, ਮੇਰੀ ਭਟਕਣਾ ਵੀ ਮੁੱਕ ਗਈ। ਤੇ ਜਦੋਂ ਭਟਕਣਾ ਮੁੱਕ ਗਈ, ਫਤਿਹ ਭਾਈ, ਮੈਂ ਆਪਣੇ ਜੀਵਨ ਵਿੱਚ ਜਿੱਤ ਹਾਸਲ ਕਰ ਲਈ, ਮਨ ਜੀਤ, ਮਨ ਨੂੰ ਜਿੱਤ ਕੇ। ਹੁਣ ਮੇਰਾ ਮਨ ਕਾਬੂ ਵਿੱਚ ਹੈ, ਹੁਣ ਮੇਰਾ ਮਨ ਝੂਠ ਵਿਕਾਰਾਂ ਵਾਲੇ ਚਸਕਿਆਂ ਵਾਲੇ ਪਾਸੇ ਨਹੀਂ ਭਟਕਦਾ। ਇਸ ਕਰਕੇ ਮੈਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਜਿੱਤ ਲਿਆ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਹੁਣ ਗੁਰੂ ਦੇ ਸ਼ਬਦ ਰਾਹੀਂ ਜਦੋਂ ਮੈਂ ਆਪਣੇ ਮਨ ਨੂੰ ਜਿੱਤ ਲਿਆ, ਤੇ ਸਮਝੋ ਮੈਂ ਫਤਿਹ ਪਾ ਲਈ ਆਪਣੇ ਜੀਵਨ ਉੱਤੇ, ਮੈਂ ਜਿੱਤ ਲਿਆ ਆਪਣੇ ਆਪ ਨੂੰ। ਹੁਣ ਬੰਦਾ ਆਖੇ ਮੈਂ ਬੜਾ ਰੱਜਿਆ ਹੋਇਆ, ਤੇ ਬੇਈਮਾਨੀ ਮਜ਼ਦੂਰ ਨਾਲ ਵੀ ਕਰ ਜਾਏ, ਰੇਹੜੀ ਲਾਉਣ ਵਾਲੇ ਨਾਲ ਵੀ ਕਰ ਜਾਏ, ਦੋ ਡੰਗ ਦੀ ਮਸਾਂ ਰੋਟੀ ਕਮਾਉਣ ਵਾਲੇ ਵਿੱਚੋਂ ਵੀ ਬੰਦਾ ਉਹਨੂੰ ਵੀ ਠੂੰਗਾ ਮਾਰ ਜਾਏ, ਤੇ ਕਾਹਦੀ ਅਮੀਰੀ ਹੋਈ ਮੁਆਫ ਕਰਨਾ? ਇਹ ਤੇ ਭੁੱਖ ਹੋਈ ਨੀਰੀ, ਭੁੱਖ ਹੋਈ ਨਾ ਵੀ ਇੰਨਾ ਕੁਝ ਤੇਰੇ ਕੋਲ ਹੈ, ਤਾਂ ਵੀ ਮਜ਼ਦੂਰ ਦਾ ਹੱਕ ਮਾਰਦਾ, ਲੱਜਾ ਨਹੀਂ ਆਉਂਦੀ? ਇੰਨਾ ਚੰਗਾ ਖਾਂਦਾ ਹੈ, ਫਿਰ ਵੀ ਤੇਰਾ ਧਿਆਨ ਦੂਸਰੇ ਦੀ ਥਾਲੀ ਵੱਲ, ਤੂੰ ਕਾਹਦਾ ਰੱਜਿਆ? ਰੱਜਿਆ ਤਾਂ ਫਿਰ ਉਹ ਹੋਇਆ ਜਿਹੜਾ ਭਾਵੇਂ ਸੁੱਕੀ ਰੋਟੀ ਕਮਾਉਣ ਜੋਗਾ ਹੈ,
ਪਰ ਘੱਟੋ ਘੱਟ ਕਿਸੇ ਦੀ ਥਾਲੀ ਵੱਲ ਤੇ ਨਹੀਂ ਵੇਖਦਾ, ਦੂਜਿਆਂ ਦੇ ਹੱਕ ਤੇ ਨਹੀਂ ਮਾਰਦਾ, ਬੇਈਮਾਨੀਆਂ ਕਰਨ ਲਈ ਗਿਣਤੀਆਂ ਤੇ ਨਹੀਂ ਗਿਣਦਾ, ਉਹ ਆਪਣੀ ਕਿਰਤ ਵਿੱਚ ਸੰਤੁਸ਼ਟ ਤੇ ਹੈ। ਆਪਣੇ ਗੁਰੂ ਨਾਨਕ ਮਹਾਰਾਜ ਮਲਕ ਭਾਗੋ ਦੇ ਘਰ ਕਿਉਂ ਨਹੀਂ ਸਨ ਜਾਂਦੇ, ਕਿਉਂ ਉਹਦਾ ਭੋਜਨ ਪਕਵਾਨ ਪ੍ਰਵਾਨ? ਮਹਾਰਾਜ ਨੇ ਆਖਿਆ ਠੀਕ ਹੈ, ਤੂੰ ਆਪਣੇ ਘਰ ਵੱਡਾ ਹੋਏਗਾ, ਹਵੇਲੀਆਂ ਦਾ ਚੌਧਰਾਂ ਦਾ ਮਾਲਕ ਹੋਏਗਾ, ਸਰਕਾਰੇ ਦਰਬਾਰੇ ਤੇਰੀ ਪਹੁੰਚ ਹੈ, ਮਾਇਆ ਧਾਰੀ ਬੰਦਾ ਹੈ ਤੂੰ, ਪਰ ਤੂੰ ਸਭ ਤੋਂ ਗਰੀਬ ਬੰਦਾ ਹੈ। ਪਤਾ ਕਿਉਂ? ਹੁਣ ਅਮੀਰ ਨੂੰ ਕੋਈ ਗਰੀਬ ਆ ਕੇ ਤੇ ਉਹਨੂੰ ਗਾਲ ਵਾਉਣ ਲੱਗਦੀ ਹੈ ਗੱਲ, ਪਰ ਤੂੰ ਗਰੀਬ ਇਸ ਕਰਕੇ ਹੈ, ਉਹ ਤੇਰੇ ਘਰ ਸਾਰਾ ਕੁਝ ਹੈ, ਫਿਰ ਵੀ ਲਾਲੋ ਵਰਗੇ ਬੰਦਿਆਂ ਨੂੰ ਲੁੱਟੇ ਬਿਨਾਂ ਤੈਨੂੰ ਚੈਨ ਨਹੀਂ ਆਉਂਦਾ। ਉਹ ਲਾਲੋ ਕਦੇ ਤੇਰੀ ਥਾਲੀ ਵਿੱਚ ਵੇਖਦਾ? ਤੂੰ ਲਾਲੋ ਦੀ ਥਾਲੀ ਵਿੱਚ ਜ਼ਰੂਰ ਵੇਖਦਾ ਵੀ ਕੀ ਖਾਂਦਾ ਹੈ। ਇਹ ਭੁੱਖਾ ਕੌਣ ਹੋਇਆ ਤੂੰ ਦੱਸ? ਭਿਖਾਰੀ ਕੌਣ ਹੋਇਆ? ਗਰੀਬ ਕੌਣ ਹੋਇਆ? ਜਿਹੜਾ ਆਪਣੀ ਕਿਰਤ ਵਿੱਚ ਸੰਤੁਸ਼ਟ ਨਹੀਂ, ਗਰੀਬ ਤੇ ਉਹ ਹੋਇਆ ਜਿਹਨੂੰ ਦੂਜਿਆਂ ਵੱਲ ਝਾਕ ਰਹਿੰਦੀ, ਹਮੇਸ਼ਾ ਦੂਜਿਆਂ ਦਾ ਖੂਨ ਖਿੰਝਣ ਤੇ ਲੁੱਟਣ ਵਾਲੇ ਪਾਸੇ ਜਿਹਦਾ ਧਿਆਨ ਹੈ, ਗਰੀਬ ਤੇ ਉਹ ਹੋਇਆ ਨਾ। ਪਰ ਫਰਕ ਕੇਵਲ ਇੰਨਾ ਹੈ, ਐਸੇ ਬੰਦੇ ਵੀ ਲੁਟੇਰੇ ਹੁੰਦੇ ਨੇ, ਪਰ ਐਸੇ ਲੁਟੇਰਿਆਂ ਦੇ ਕੋਲ ਤਰੀਕੇ ਬਹੁਤ ਹੁੰਦੇ ਨੇ ਲੁੱਟਣ ਦੇ, ਇਸ ਕਰਕੇ ਬਹੁਤੇ ਲੋਕਾਂ ਦਾ ਧਿਆਨ ਉਧਰ ਨਹੀਂ ਜਾਂਦਾ। ਵੈਸੇ ਕੋਈ ਲੁਟੇਰਾ ਫੜਿਆ ਜਾਏ ਤੇ ਲੋਕ ਉਹਨੂੰ ਕੁੱਟ-ਕੁੱਟ ਕੇ ਮਾਰ ਦੇਣਗੇ, ਪਰ ਤਾਕਤਵਰ ਲੁਟੇਰਾ ਹੋਵੇ ਤੇ ਲੋਕ ਉਹਦੇ ਅੱਗੇ ਸਿਰ ਝੁਕਾਉਂਦੇ ਨਹੀਂ ਜੀ ਨਹੀਂ। ਇਹ ਕਾਰਨ ਹਨ। ਤਾਂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਨਾਨਕ ਗੁਰ ਤੇ ਥਿਤ ਪਾਈ, ਹੈ ਨਾਨਕ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਮਾਨਸਿਕ ਆਤਮਿਕ ਟਿਕਾ ਹਾਸਲ ਕਰ ਲਿਆ ਹੈ, ਫਿਰਨ ਮਿਟੇ ਨਿਤ ਨੀਤ, ਉਹਨਾਂ ਦੀ ਨਿਤ ਨਿਤ ਦੀ ਭਟਕਣਾ, ਇਧਰ ਉਧਰ ਭਟਕਣ ਵਾਲੀ ਡਾਵਾਂਡੋਲ ਅਵਸਥਾ ਜਿਹੜੀ ਹੈ ਉਹ ਮੁੱਕ ਜਾਂਦੀ ਹੈ। ਪੌੜੀ ਦੇ ਵਿੱਚ ਪਾਤਸ਼ਾਹ ਕਹਿੰਦੇ, ਫੱਫਾ ਫਿਰਤ ਫਿਰਤ ਤੂੰ ਆਇਆ, ਹੇ ਮਨੁੱਖ ਤੂੰ ਬਹੁਤ ਭਟਕ ਭਟਕ ਕੇ ਹੁਣ ਗੁਰੂ ਦੀ ਸ਼ਰਨ ਆਇਆ ਹੈ। ਹੇ ਮੇਰੇ ਮਨ, ਬਥੇਰੀ ਭਟਕਣਾ ਤੇ ਬਥੇਰੇ ਲੰਬੇ ਸਫ਼ਰ ਵਿੱਚੋਂ ਨਿਕਲ ਕੇ ਆਇਆ ਹੈ ਮੇਰੇ ਮਨ, ਦੁਰਲਭ ਦੇ ਕਲ ਯੁਗ ਮੈਂ ਪਾਇਆ। ਜੇ ਤੂੰ ਗੁਰੂ ਦੀ ਸ਼ਰਨ ਵਿੱਚ ਟਿਕਿਆ ਰਹੇਗਾ ਤਾਂ ਇਹ ਮਨੁੱਖਾ ਕੀਮਤੀ ਦੁਰਲਭ ਜੀਵਨ ਦਾ ਸਵਾਦ ਤੂੰ ਕਲ ਯੁਗ ਇਸੇ ਜੀਵਨ ਦੇ ਸਮੇਂ ਵਿੱਚ ਪਾ ਲਏਗਾ। ਇਹਨੂੰ ਬਾਣੀ ਚ ਕਿਹਾ ਕਬੀਰ ਸਾਹਿਬ ਨੇ, ਗੁਰ ਸੇਵਾ ਤੇ ਭਗਤ ਕਮਾਈ। ਗੁਰੂ ਦੀ ਸੇਵਾ ਰਾਹੀਂ ਜੇ ਤੂੰ ਕਰਤੇ ਦੀ ਬੰਦਗੀ ਇਬਾਦਤ ਭਗਤੀ ਕਮਾ ਲਈ ਹੈ, ਤਦੋਂ ਸਮਝੀ ਤਬ ਇਹ ਮਾਨਸ ਦੇਈ ਪਾਈ। ਤੂੰ ਤਦੋਂ ਸਮਝੀ ਵੀ ਮਨੁੱਖ ਜੂਨ ਚ ਹੈ ਤੂੰ, ਨਹੀਂ ਤੇ ਸਮਝੀ ਨਾ ਫਿਰ ਤੂੰ ਮਨੁੱਖ ਨਹੀਂ ਹੈ, ਪਸ਼ੂ ਹੋ ਸਕਦਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਤਦੋਂ ਮਨੁੱਖ ਸਮਝੀ ਜੇ ਤੂੰ ਗੁਰੂ ਦੇ ਰਾਹੀਂ ਮਨੁੱਖਾ ਜੀਵਨ ਜਿਉਣ ਦੀ ਜਾਚ ਸਿੱਖ ਲਈ। ਜੁਗਤ ਤੋਂ ਬਿਨਾਂ ਕੋਈ ਚੀਜ਼ ਥੋੜੀ ਹੁੰਦੀ ਹੈ। ਜਿਹੜੀ ਜੁਗਤ ਹੈ, ਜੁਗਤ ਤੋਂ ਬਿਨਾਂ ਜਿਹੋ ਜੀ ਚੀਜ਼ ਅਸੀਂ ਬਣਾਉਂਦੇ ਹਾਂ, ਜੇ ਉਹੋ ਜੀ ਉਹ ਵਰਤੋਂ ਚ ਨਾ ਆਵੇ ਤੇ ਅਸੀਂ ਕਹਿੰਦੇ ਇਹਦਾ ਕੋਈ ਫਾਇਦਾ ਨਹੀਂ। ਕੋਈ ਵੀ ਚੀਜ਼ ਹੈ, ਹੁਣ ਜੇ ਕਿਸੇ ਬੰਦੇ ਨੇ ਮੰਨ ਲਓ ਇੱਕ ਗੱਡੀ ਹੈ, ਉਹਦਾ ਇੰਜਣ ਵੀ ਕੱਢ ਦਿੱਤਾ, ਉਹਦੇ ਟਾਇਰ ਵੀ ਲਾ ਦਿੱਤੇ, ਤਾਂ ਉਹਦੇ ਵਿੱਚ ਅਸੀਂ ਬਹਿ ਜਾਈਏ, ਉਹ ਸਾਨੂੰ ਕਿਤੇ ਲੈ ਕੇ ਜਾਏਗੀ? ਨਾ ਤਾਂ ਇਹਦੇ ਵਿੱਚ ਇੰਜਣ ਹੈ, ਨਾ ਇਹਦੇ ਟਾਇਰ ਨੇ, ਇਹ ਖਾਲੀ ਖੋਖੇ ਦੇ ਵਿੱਚ ਡੱਬੇ ਦੇ ਵਿੱਚ ਬਹਿ ਕੇ ਤੁਸੀਂ ਸਫ਼ਰ ਤੈਅ ਕਰ ਲਓਗੇ? ਨਹੀਂ ਨਾ ਹੋਏਗਾ। ਹੁਣ ਕੋਈ ਸਾਨੂੰ ਆ ਕੇ ਇਹੋ ਜਿਹੇ ਖੋਖੇ ਵਿੱਚ ਬੈਠਿਆਂ ਵੀ ਤੁਸੀਂ ਕਾਰ 'ਚ ਬੈਠੇ ਹੋ, ਅਸੀਂ ਆਖਾਂਗੇ ਕਾਹਦੀ ਕਾਰ ਹੈ? ਬਸ ਲੋਹੇ ਦੇ ਢੇਰ ਉੱਤੇ ਬੈਠੇ ਆ, ਜਿਹਨੇ ਨਾ ਚੱਲਣਾ ਹੈ ਤੇ ਨਾ ਕਿਤੇ ਪਹੁੰਚਾਉਣਾ ਹੈ। ਬਸ ਕਿਉਂਕਿ ਉਹ ਆਪਣਾ ਜਿਹੜੀ ਚੀਜ਼ ਲਈ ਉਹਨੂੰ ਬਣਾਇਆ ਗਿਆ ਉਹ ਕੰਮ ਹੀ ਨਹੀਂ ਦੇ ਰਹੀ। ਮੰਨ ਲਓ ਭਾਵੇਂ ਟਾਇਰ ਤੇ ਇੰਜਣ ਹੋਵੇ ਵੀ ਖਰਾਬ ਹੋਈ ਗੱਡੀ ਖਲੋਤੀ ਹੋਵੇ, ਸਾਨੂੰ ਕੋਈ ਆਖੇਗਾ ਕਿੱਥੇ ਚੱਲੇ ਹੋ, ਅਸੀਂ ਕਹਾਂਗੇ ਜਾਣਾ ਕਿੱਥੇ, ਤਾਂ ਚੱਲਦੀ ਨਹੀਂ। ਜਾਣਾ ਕਿੱਥੇ ਹੈ? ਤਾਂ ਬਸ ਐਵੇਂ ਖੜੀ ਹੈ। ਇਹ ਤਾਂ ਸਮਝੋ ਕਿਸੇ ਕੁਰਸੀ ਉੱਤੇ ਬਹਿ ਗਏ ਜਾਂ ਗੱਡੀ ਦੀ ਸੀਟ ਤੇ ਬਹਿ ਗਏ, ਕਿਉਂਕਿ ਨਾ ਉਹਨੇ ਕਿਤੇ ਖੜਨਾ ਨਾ ਇਹਨੇ ਕਿਤੇ ਖੜਨਾ। ਤੋ ਜੀਵਨ ਵੀ ਤਦੋਂ ਹੀ ਮਨੁੱਖਾਂ ਵਾਲਾ ਹੈ ਜੇ ਮਨੁੱਖੀ ਜੁਗਤ ਜੀਵਨ ਵਿੱਚ ਵਰਤ ਰਹੀ। ਜੇ ਮਨੁੱਖਾਂ ਵਾਲਾ ਸੁਭਾਅ ਤੇ ਕਰਮ ਨਹੀਂ ਤਾਂ ਮਨੁੱਖ ਕਾਹਦਾ? ਗੁਰੂ ਮਹਾਰਾਜ ਕਹਿੰਦੇ ਨੇ ਜੋ ਅੰਦਰ ਵਰਤ ਰਿਹਾ ਉਹਦੇ ਹਿਸਾਬ ਨਾਲ ਹੀ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਹ ਮਨੁੱਖ ਹੈ ਕਿ ਪਸ਼ੂ ਹੈ। ਤੋ ਪਾਤਸ਼ਾਹ ਕਹਿੰਦੇ ਨੇ ਫਿਰ ਇਹ ਅਵਸਰ ਚਰੈ ਨਾ ਹਾਥਾ, ਹੈ ਮੇਰੇ ਮਨ ਫੇਰੇ ਮੌਕਾ ਬਾਰ-ਬਾਰ ਨਹੀਂ ਮਿਲੇਗਾ। ਹੁਣ ਤੈਨੂੰ ਗੁਰੂ ਦੀ ਸੋਭਤ ਤੇ ਸੰਗਤ ਦਾ ਵਕਤ ਮਿਲਿਆ, ਇਸ ਨੂੰ ਮਾਣ। ਇਹ ਅਵਸਰ ਬਾਰ-ਬਾਰ ਨਹੀਂ ਮਿਲਦੇ, ਇਹ ਸਮੇਂ ਬਾਰ-ਬਾਰ ਨਹੀਂ ਆਉਂਦੇ। ਇਸ ਵਾਸਤੇ ਕਹਿੰਦੇ ਨੇ ਨਾਮ ਜਪੋ ਤੋਂ ਕੱਟੀਏ ਫਾਸਾ। ਜੇ ਗੁਰੂ ਕੋਲੋਂ ਅਕਾਲ ਪੁਰਖ ਦਾ ਨਾਮ ਦ੍ਰਿੜ ਕਰ ਲੈ ਤੇ ਤੇਰੀਆਂ ਆਤਮਿਕ ਮਾਨਸਿਕ ਵਿਕਾਰਾਂ ਦੀਆਂ, ਮੰਦੇ ਖਿਆਲਾਂ ਦੀਆਂ, ਮੰਦੇ ਆਚਰਣ ਦੀਆਂ, ਸੰਸਕਾਰਾਂ ਦੀਆਂ ਫਾਈਆਂ ਕੱਟੀਆਂ ਜਾਣਗੀਆਂ। ਫਿਰ ਆਮਨ ਜਾਨ ਨਾ ਹੋਈ, ਫਿਰ ਮੁੜ ਮੁੜ ਕੇ ਆਉਣਾ ਜਾਣਾ ਭਟਕਣਾ ਵਾਲਾ ਇਹ ਆਵਾਗਮਨ ਨਹੀਂ ਹੋਏਗਾ ਤੇਰਾ। ਏਕਾ ਏਕ ਜਪੋ ਜਪ ਸੋਈ। ਜੇ ਤੂੰ ਏਕਾ ਅਕਾਲ ਪੁਰਖ ਨੂੰ ਹੀ, ਕੇਵਲ ਉਹਦੇ ਨਾਮ ਨੂੰ ਹੀ ਆਪਣੇ ਜੀਵਨ ਵਿੱਚ ਦ੍ਰਿੜ ਕਰੇਗਾ, ਤਦੋਂ
करो कृपा प्रभ करनै हारे। हे करनै हार प्रभु जी अपनी कृपा करो। हे हुक्म दे मालिक जी अपनी रहमत बख्शिश करो। मेल लेहो नानक बेचारे। मैनू बेवस जीव नू किरपा करो अपने नाल जोड़ लवो। मेरी कोई समर्था ते ताण नहीं, मैं तुहाडी रहमत तुहाडी बख्शिश लोड़दा हां। किरपा करके रहमत करके अपने चरणां दा प्यार अपने गुणां दी दात दासरे नू बख्शिश करो। धन गुरु ग्रंथ साहिब सच्चे पातशाह जी होईयां भुलां चुकां दी खिमा बख्शिश करन। सबनां दा धन्नवाद। गुरु प्यारी साध संगत जी, आप जी खबरां रोज पढ़दे हो और पंजाब दी धरती दे उत्ते किसी शरारती ने कुछ दिन पहलां धन गुरु ग्रंथ साहिब महाराज सच्चे पातशाह जी दी बेअदबी कीती। सतगुरां दे ਜਿਹੜੇ ਪੰਨੇ ਸਨ ਉਹ ਪਾੜ ਕੇ ਗਲੀਆਂ ਵਿੱਚ ਖਿਲਾਰੇ। ਤਕਰੀਬਨ 125 ਤੋਂ ਲੈ ਕੇ 140 ਪੰਨੇ ਤੱਕ। ਔਰ ਇਸ ਦੇ ਰੋਸ ਵਿੱਚ ਸਿੱਖਾਂ ਨੇ ਆਪਣੇ ਮਨ ਦੀ ਇਸ ਭਾਵਨਾ ਦੇ ਮੁਤਾਬਕ, ਜੋ ਕਿ ਇੱਕ ਲੋਕਤੰਤਰ ਦਾ ਇੱਕ ਤਰੀਕਾ ਹੁੰਦਾ ਹੈ, ਆਪਣਾ ਰੋਸ ਜਤਾਉਣਾ ਤਾਂ ਕਿ ਸਰਕਾਰ ਇਨਸਾਫ ਵਾਲੇ ਪਾਸੇ ਪੈਰ ਪੁੱਟੇ। ਪਰ ਇਹ ਸਾਰਾ ਕੁਝ ਕਰਦਿਆਂ ਹੋਇਆਂ ਜਾਣ ਬੁੱਝ ਕੇ ਕੁਝ, ਕਿਉਂਕਿ ਰਾਜਨੀਤਿਕ ਲੋਕ ਚਾਹੁੰਦੇ ਹਨ ਕਿਸੇ ਮਸਲੇ ਨੂੰ ਉਲਝਾ ਕੇ ਜਾਂ ਵਿਗਾੜ ਕੇ ਉਹਦੇ ਵਿੱਚੋਂ ਫਿਰ ਆਪਣੇ ਢੰਗ ਦੇ ਨਾਲ ਕੁਝ ਨਾ ਕੁਝ ਕੱਢਦੇ ਰਹਿਣਾ। ਇਸ ਵਾਸਤੇ ਜੋ ਘਟਨਾ ਕੱਲ ਵਾਪਰੀ ਹੈ ਉਹਦੇ ਵਿੱਚ ਗੋਲੀ ਵੀ ਚੱਲੀ, ਲਾਠੀ ਚਾਰਜ ਵੀ ਹੋਇਆ ਔਰ ਉਹਦੇ ਵਿੱਚ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ। ਔਰ ਇਹ ਖਬਰ ਹੈ ਕਿ ਇੱਕ ਦੋ ਸਿੰਘਾਂ ਦੀ ਸ਼ਹੀਦੀ ਵੀ ਹੋਈ ਔਰ ਬਹੁਤ ਸਾਰੇ ਜ਼ਖਮੀ ਵੀ ਹੋਏ। ਇਹ ਕੋਈ ਲੋਕਤੰਤਰ ਦਾ ਢੰਗ ਨਹੀਂ। ਇਹ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਹਾਂ ਕਿ ਇਹ ਬੜੀ ਪੀੜਾਦਾਇਕ ਅਵਸਥਾ ਹੈ ਕਿ ਕਿਸੇ ਧਰਮ ਨੂੰ ਮੰਨਣ ਵਾਲੇ, ਭਾਵੇਂ ਕੋਈ ਹਿੰਦੂ ਹੋਵੇ ਮੁਸਲਮਾਨ, ਜੇ ਉਹਦੇ ਧਰਮ ਗ੍ਰੰਥ ਦਾ ਵੀ ਅਪਮਾਨ ਹੁੰਦਾ ਹੈ ਤੇ ਇਹ ਵੀ ਮਾੜੀ ਗੱਲ ਹੈ। ਪਰ ਪੰਜਾਬ ਦੀ ਧਰਤੀ ਜਿੱਥੇ ਸਿੱਖਾਂ ਦੀ ਬਹੁ ਗਿਣਤੀ ਹੈ ਤੇ ਪੰਥਕ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਨੇ, ਜਿਨ੍ਹਾਂ ਨੂੰ ਸਾਡੇ ਧਾਰਮਿਕ ਲੀਡਰਾਂ ਨੇ ਪੰਥ ਰਤਨ ਦਾ ਖਿਤਾਬ ਦਿੱਤਾ ਹੋਇਆ ਹੈ, ਤੋ ਮੁਆਫ ਕਰਨਾ ਉਹ ਕਾਹਦੇ ਪੰਥ ਰਤਨ ਨੇ? ਜਿਹੜੇ ਪੰਥ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਵੀ ਜਿਨ੍ਹਾਂ ਦੇ ਰਾਜ ਵਿੱਚ ਸੜਕਾਂ ਤੇ ਰੁਲਦੇ ਨੇ। ਤੁਸੀਂ ਸੋਚੋ ਕਿ ਉਹ ਧਾਰਮਿਕ ਆਗੂ ਜਿਨ੍ਹਾਂ ਨੇ ਖਿਤਾਬ ਦਿੱਤੇ ਨੇ ਉਹ ਕੀ ਪਸ਼ੂ ਨਹੀਂ? ਅਸੀਂ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦੇ ਕੇ, ਸਤਿਕਾਰ ਦੇ ਕੇ, ਤੇ ਜਦੋਂ ਵਿਦੇਸ਼ਾਂ ਚ ਆਉਂਦੇ ਨੇ ਜਾਂ ਦੇਸ਼ ਕਿਤੇ ਵੀ ਜਾਂਦੇ ਅਸੀਂ ਉਹਨਾਂ ਦੇ ਗੋਡੀ ਪੈਨੇ ਆ। ਉਹ ਤਾਂ ਮੁਆਫ ਕਰਨਾ ਸਾਡੇ ਵੇਖਣ ਦੇ ਵੀ ਲਾਇਕ ਨਹੀਂ ਹਨ। ਔਰ ਉਹ ਲੋਕ ਜਿਨ੍ਹਾਂ ਨੂੰ ਅਸੀਂ ਆਪਣੇ ਜ਼ਿੰਮੇਵਾਰ ਲੋਕ ਮੰਨਦੇ ਹਾਂ, ਇਹ ਸਾਰਾ ਕੁਝ ਜੋ ਵਾਪਰ ਰਿਹਾ ਹੈ, ਅਸੀਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਰਹਿਮਤ ਕਰਨ, ਉਹਨਾਂ ਸਾਰੇ ਹੀ ਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿਹੜੇ ਆਪਣੇ ਆਪਣੀ ਵਿੱਤ ਮੁਤਾਬਕ ਤਨ ਮਨ ਧਨ ਨਾਲ ਯੋਗਦਾਨ ਵੀ ਪਾ ਰਹੇ ਹਨ ਔਰ ਇਸ ਢੰਗ ਦੇ ਨਾਲ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਲਈ, ਪਿਆਰ ਲਈ ਇੱਕ ਨਾ ਇੱਕ ਆਸ ਰੱਖਦੇ ਹਨ, ਯਤਨਸ਼ੀਲ ਹਨ। ਆਪਾਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਵੀ ਕਰਨੀ ਹੈ ਔਰ ਸਤਿਗੁਰੂ ਮਹਾਰਾਜ ਉਹਨਾਂ ਸਾਰੇ ਹੀ ਸਿੰਘਾਂ ਨੂੰ ਆਤਮਿਕ ਮਾਨਸਿਕ ਬਲ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਗੁਰੂ ਦੇ ਸਿੱਖ ਦੀ ਤਾਂ ਸਦਾ ਹੀ ਇਹ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਮਹਾਰਾਜ ਰਹਿਮਤ ਕਰਨ। ਆਓ ਬੜੇ ਅਦਬ ਸਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।